ਜੇ ਆਪਾਂ ਪਾਸਟ ਦੇ ਵਿੱਚ ਦੇਖੀਏ, ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਹੋਈਆਂ ਜਿਨ੍ਹਾਂ ਨੂੰ ਲੈ ਕੇ ਕੰਟਰੋਵਰਸੀ ਕ੍ਰੀਏਟ ਹੋਈ ਔਰ ਉਸ ਤੋਂ ਬਾਅਦ ਜ਼ਬਰਦਸਤ ਹਿੱਟ ਹੋਈਆਂ ਉਹ ਮੂਵੀਜ਼। ਹੋ ਸਕਦਾ ਕਿ ਮੂਵੀਜ਼ ਬਹੁਤ ਜ਼ਬਰਦਸਤ ਹੋਣ, ਪਰ ਕੰਟਰੋਵਰਸੀ ਤਾਂ ਇੱਕ ਬਹੁਤ ਵੱਡੀ ਵਜ੍ਹਾ ਕਿਹਾ ਜਾਂਦਾ ਹੈ। ਇਸ ਦੇ ਉੱਤੇ ਚਰਚਾ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਜਿਹੜੇ ਅੱਜ ਦੇ ਡਿਬੇਟ ਪੁਆਇੰਟਸ ਨੇ ਉਹਨਾਂ ਦੇ ਉੱਤੇ, ਉਸ ਤੋਂ ਬਾਅਦ ਅਸੀਂ ਆਪਣੇ ਮਹਿਮਾਨਾਂ ਦਾ ਰੁਖ ਕਰਾਂਗੇ। ਪੁਆਇੰਟ ਨੰਬਰ 1 ਜਿਹੜੇ ਡਿਬੇਟ ਪੁਆਇੰਟ ਜਿਸ ਦੇ ਉੱਤੇ ਅੱਜ ਗੱਲਬਾਤ ਹੋਵੇਗੀ ਕਿ ਪਲੈਨਡ ਸੀ ਕੰਟਰੋਵਰਸੀ, ਕਿ ਇਹ ਪਲੈਨਡ ਕੰਟਰੋਵਰਸੀ ਕੀਤੀ ਗਈ ਹੈ ਗਦਰ 2 ਦੀ ਰਿਲੀਜ਼ ਤੋਂ ਪਹਿਲਾਂ ਕਿ ਇੱਕ ਤਰੀਕੇ ਨਾਲ ਮੂਵੀ ਖੂਬ ਸੁਰਖੀਆਂ ਦੇ ਵਿੱਚ ਆ ਜਾਵੇ। ਨਿਊਜ਼ 18 ਅੱਜ ਡਿਬੇਟ ਕਰ ਰਿਹਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲਾਜ਼ਮੀ ਤੌਰ ਤੇ ਇਹ ਖੂਬ ਸੁਰਖੀਆਂ ਦੇ ਵਿੱਚ ਤਾਂ ਇਹ ਪੂਰੀ ਫਿਲਮ ਆ ਚੁੱਕੀ ਹੈ। ਪੁਆਇੰਟ ਨੰਬਰ 2 ਡਿਬੇਟ ਦਾ ਜਿਹੜਾ ਸੈਕੰਡ ਪੁਆਇੰਟ ਹੈ ਜਿਸ ਦੇ ਉੱਤੇ ਨਜ਼ਰ ਰਹੇਗੀ ਕਿ ਸ਼ੂਟਿੰਗ ਦੇ ਲਈ ਦਿਸ਼ਾ ਨਿਰਦੇਸ਼ ਜ਼ਰੂਰੀ ਹੁੰਦੇ ਨੇ। ਉਹ ਕੌਣ ਦਿੰਦਾ ਹੈ ਦਿਸ਼ਾ ਨਿਰਦੇਸ਼? ਅਸੀਂ ਜ਼ਿਕਰ ਕਰ ਰਹੇ ਹਾਂ ਗੁਰੂ ਘਰਾਂ ਦੇ ਅੰਦਰ ਐਡਮਿਨਿਸਟ੍ਰੇਸ਼ਨ, ਜਦੋਂ ਬਾਹਰ ਕਿਤੇ ਵੀ ਸ਼ੂਟ ਹੁੰਦਾ ਤਾਂ ਐਡਮਿਨਿਸਟ੍ਰੇਸ਼ਨ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ। ਗੁਰੂ ਘਰ ਦੇ ਵਿੱਚ ਤਾਂ ਗੁਰੂ ਘਰ ਦੇ ਪ੍ਰਬੰਧਕ ਪਰਮਿਸ਼ਨ ਦੇਣਗੇ। ਤਾਂ ਸ਼ੂਟਿੰਗ ਦੇ ਲਈ ਦਿਸ਼ਾ ਨਿਰਦੇਸ਼ ਕੀ ਜ਼ਰੂਰੀ ਹੈ ਕਿ ਐਸਜੀਪੀਸੀ ਜਾਂ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਨੇ ਤੈਅ ਕਰਨ ਕਿ ਆਖਿਰ ਕਿੱਥੋਂ ਤੱਕ ਪਰਮਿਸ਼ਨ ਦਿੱਤੀ ਜਾ ਸਕਦੀ ਹੈ ਜਾਂ ਦਿੱਤੀ ਜਾਣੀ ਚਾਹੀਦੀ ਹੈ। ਜਿਹੜਾ ਤੀਜਾ ਅਹਿਮ ਪੁਆਇੰਟ ਹੈ ਕਿ ਮਰਿਆਦਾ ਦੀ ਉਲੰਘਣਾ ਦੇ ਉੱਤੇ ਜਵਾਬਦੇਹੀ ਕਿਸ ਦੀ ਹੈ, ਕਿ ਸਿਰਫ ਡਾਇਰੈਕਟਰ ਦੇ ਉੱਤੇ ਸਭ ਕੁਝ ਪਾ ਦਿੱਤਾ ਜਾਵੇ ਜਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਉੱਤੇ ਸਭ ਕੁਝ ਪਾ ਦਿੱਤਾ ਜਾਵੇ, ਜਾਂ ਜਿਹੜੀਆਂ ਅਹਿਮ ਸੰਸਥਾਵਾਂ ਨੇ, ਸਰਮੌਰ ਸੰਸਥਾਵਾਂ ਨੇ, ਉਹਨਾਂ ਦੀ ਵੀ ਜਵਾਬਦੇਹੀ ਇਸ ਪੂਰੇ ਮਾਮਲੇ ਦੇ ਵਿੱਚ ਬਣਦੀ ਹੈ ਜਾਂ ਨਹੀਂ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਸਾਡੇ ਨਾਲ ਤਲਵਿੰਦਰ ਬੁੱਟਰ ਜੀ ਜੁੜ ਰਹੇ ਨੇ, ਸਿੱਖ ਬੁੱਧੀਜੀਵੀ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਬੁੱਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਜੁੜ ਰਹੇ ਨੇ, ਸਾਬਕਾ ਪ੍ਰਧਾਨ ਨੇ ਐਚਐਸਜੀਐਮਸੀ ਦੇ। ਦਾਦੂਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਜਨਰਲ ਸਕੱਤਰ ਨੇ ਐਸਜੀਪੀਸੀ ਦੇ। ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਉਮੀਦ ਹੈ ਮੇਰੀ ਆਵਾਜ਼ ਗਰੇਵਾਲ ਸਾਹਿਬ ਤੁਹਾਡੇ ਤੱਕ ਵੀ ਔਰ ਦਾਦੂਵਾਲ ਜੀ ਤੁਹਾਡੇ ਤੱਕ ਵੀ ਪਹੁੰਚ ਰਹੀ ਹੋਵੇਗੀ। ਗਰੇਵਾਲ ਸਾਹਿਬ ਸ਼ੁਰੂਆਤ ਤੁਹਾਡੇ ਤੋਂ। ਸੰਤੁਸ਼ਟ ਹੋ? ਅਸੀਂ ਕੋਸ਼ਿਸ਼ ਕੀਤੀ ਨਿਊਜ਼ 18 ਨੇ ਕਿ ਡਾਇਰੈਕਟਰ ਦੇ ਨਾਲ ਗੱਲਬਾਤ ਹੋਵੇ। ਅਨਿਲ ਸ਼ਰਮਾ ਆਏ, ਉਹਨਾਂ ਨੇ ਬੜਾ ਤਫਸੀਲ ਦੇ ਨਾਲ ਆਪਣੀ ਗੱਲ ਰੱਖੀ। ਕੀ ਸੰਤੁਸ਼ਟ ਹੋ? ਲੱਗਦਾ ਹੈ ਕਿ ਕੋਈ ਉਹਨਾਂ ਦੇ ਵੱਲੋਂ ਜਾਣਬੁੱਝ ਕੇ ਕੀਤੀ ਗਈ ਗਲਤੀ ਨਹੀਂ ਹੈ? ਦੇਖੋ ਗੌਰਵ ਜੀ, ਦੋ ਚੀਜ਼ਾਂ ਸਾਹਮਣੇ ਆਈਆਂ ਅੱਜ ਤੁਹਾਡੇ ਇਸ ਮਾਧਿਅਮ ਤੇ ਰਾਹੀਂ ਜੀ। ਕੱਲ ਜਿਹੜੀ ਘਟਨਾ ਵਾਪਰੀ ਸੀ ਉਹਦੀ ਤਸਵੀਰ ਦੇਖੀ ਆਪਾਂ ਸਾਰਿਆਂ ਨੇ, ਤੇ ਅਸੀਂ ਜਿਹੜਾ ਸਾਡਾ ਬਣਦਾ ਫਰਜ਼ ਸੀ ਅਸੀਂ ਉਹਦਾ ਰਿਐਕਸ਼ਨ ਦਿੱਤਾ। ਤੇ ਅੱਜ ਇੱਕ ਤਾਂ ਗੁਰਦੁਆਰਾ ਕਮੇਟੀ ਦੇ ਪ੍ਰੈਸ ਕਾਨਫਰੰਸ ਸਾਹਮਣੇ ਆਈ ਆ, ਤੇ ਤੁਸੀਂ ਹੁਣ ਦੂਸਰੀ ਜਿਹੜੀ ਆ ਸਾਡੇ ਹੁਣੇ ਤੁਸੀਂ ਅਨਿਲ ਸ਼ਰਮਾ ਜੀ ਨਾਲ ਤੁਸੀਂ ਆਪਦੀ ਵਾਰਤਾਲਾਪ ਸੁਣਾਈ ਆ। ਇਹ ਦੋ ਚੀਜ਼ਾਂ ਤੋਂ ਸੁਣਨ ਤੋਂ ਬਾਅਦ ਹੋਰ ਜ਼ਿਆਦਾ ਮਨ ਜਿਹੜਾ ਅਫਸੋਸ ਭਰਿਆ ਹੋ ਗਿਆ ਕਿ ਇੰਨਾ ਕੁਝ ਝੂਠ ਬੋਲਿਆ ਜਾ ਰਿਹਾ। ਇੱਕ ਪਾਸੇ ਗੁਰਦੁਆਰਾ ਕਮੇਟੀ ਬਹੁਤ ਵੱਡਾ ਝੂਠ ਬੋਲ ਰਹੀ ਆ, ਦੂਸਰੇ ਪਾਸੇ ਇਹ ਜਿਹੜਾ ਫਿਲਮ ਦਾ ਡਾਇਰੈਕਟਰ ਆ ਉਹ ਝੂਠ ਬੋਲ ਰਿਹਾ। ਤੇ ਇਹ ਪਹਿਲਾਂ ਤਾਂ ਇਹ ਕਹਿ ਰਿਹਾ ਸੀ ਤੇ ਹੁਣ ਵੀ ਇਹ ਗੱਲ ਕਹਿ ਰਿਹਾ ਕਿ ਜਿਹੜਾ ਮੇਰੀ ਗੱਲ ਦਾ ਗੁੱਸਾ ਨਾ ਕੀਤਾ ਜਾਵੇ, ਕਿਉਂਕਿ ਮੇਰੇ ਮਨ ਦੇ ਅੰਦਰ ਬਹੁਤ ਜ਼ਿਆਦਾ ਮਤਲਬ ਦੁੱਖ ਆ, ਜਿਹਦੇ ਕਰਕੇ ਮੇਰੀ ਭਾਸ਼ਾ ਥੋੜੀ ਜਿਹੀ ਉਸ ਸੈਕਟਰ ਦੇ ਬਾਰੇ ਦੇ ਵਿੱਚ ਜਾਂ ਕਮੇਟੀ ਦੇ ਮੈਂਬਰਾਂ ਦੇ ਬਾਰੇ ਵਿੱਚ ਥੋੜੀ ਜਿਹੀ ਗੁੱਸੇ ਭਰੀ ਹੋਏਗੀ। ਮੈਨੂੰ ਇਸ ਗੱਲ ਦੀ ਮਾਫੀ ਦੇ ਦਿਓ। ਡਾਇਰੈਕਟਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਗੁਰਦੁਆਰੇ ਦੇ ਪ੍ਰਿੰਸਿਪਲ ਨਹੀਂ ਸੀਗੇ, ਤੇ ਜਦੋਂ ਕਿ ਜਿਹੜੀ ਕਮੇਟੀ ਆ ਉਹ ਦੱਸ ਰਹੀ ਆ ਕਿ ਅੰਦਰ ਹੀ ਹੋਇਆ। ਤੇ ਇਹਦਾ ਮਤਲਬ ਹੁਣ ਜਿਹੜੇ ਸਾਡੇ ਡਾਇਰੈਕਟਰ ਨੇ ਉਹ ਸਾਨੂੰ ਗੁਰਦੁਆਰੇ ਦੇ ਅਨਿਲ ਸ਼ਰਮਾ ਇਹ ਦੱਸਣਗੇ ਕਿ ਗੁਰਦੁਆਰੇ ਦਾ ਪ੍ਰਿੰਸਿਪਲ ਕਿਹੜਾ ਹੁੰਦਾ, ਕੀ ਸੱਚਖੰਡ ਦੇ ਹਾਲ ਨੂੰ ਗੁਰਦੁਆਰਾ ਪ੍ਰਿੰਸਿਪਲ ਕਹਿੰਦੇ ਆ ਜਾਂ ਗੁਰਦੁਆਰੇ ਦੇ ਬਾਹਰ ਜਿਹੜਾ ਗੇਟ ਲੱਗਾ ਉਹ ਗੁਰਦੁਆਰੇ ਦਾ ਪ੍ਰਿੰਸਿਪਲ ਹੁੰਦਾ। ਇਹ ਗੱਲ ਲਈ ਗੁੰਮਰਾਹ ਕਰ ਰਹੇ ਨੇ। ਦੂਸਰੀ ਗੱਲ ਜਿਹੜੀ ਆ, ਸਭ ਤੋਂ ਵੱਡੀ ਗੱਲ ਹੈ ਕਿ ਇਸ ਗੱਲ ਦੇ ਵਿੱਚ ਵੱਡੇ ਸੂਤਰਧਾਰ ਤੇ ਦੋਸ਼ੀ ਸਾਡੀ ਗੁਰਦੁਆਰਾ ਕਮੇਟੀ ਆ। ਜਿਹੜੀ ਗੁਰਦੁਆਰਾ ਕਮੇਟੀ ਨੇ ਇਹ ਸਾਰਾ ਕੁਝ ਕੀਤਾ ਤੇ ਅੱਜ ਦੁਪਹਿਰੇ ਝੂਠ ਬੋਲਿਆ ਕਿ ਹਾਂ ਜੀ ਅਸੀਂ ਉਹਨਾਂ ਨੂੰ ਵਿਸਾਖੀ ਦਾ ਸੀਨ ਫਿਲਮਾਉਣ ਦੀ ਗੱਲ ਕੀਤੀ ਸੀ, ਇਹ ਕੀਤਾ ਸੀ, ਉਹ ਕੀਤਾ ਸੀ। ਮੈਂ ਪਹਿਲਾਂ ਹੀ ਕਹਿ ਦਿਆਂ ਕਿ ਮੈਂ ਕੋਈ ਵੀ ਇਹ ਜਿਹੜਾ ਫਿਲਮਾਂਕਣ ਕਰਨ ਦੇ ਖਿਲਾਫ ਨਹੀਂ ਹੈਗਾ। ਗੁਰਦੁਆਰੇ ਦੇ ਅੰਦਰ ਜੇ ਕੋਈ ਚੀਜ਼ ਹੁੰਦੀ ਆ ਤਾਂ ਉਹਦੇ ਚ ਅਰਦਾਸ ਹੋ ਸਕਦੀ ਆ, ਗੁਰੂ ਸਾਹਿਬ ਦਾ ਸਤਿਕਾਰ ਹੋ ਸਕਦਾ, ਗੁਰਦੁਆਰੇ ਨਮਸਕਾਰ ਹੋ ਸਕਦੀ ਆ, ਜਾਂ ਕੋਈ ਗੁਰੂ ਦੀ ਗੱਲ ਹੋ ਸਕਦੀ ਆ, ਉਸ ਗੱਲ ਲਈ ਫਿਲਮਾਇਆ ਜਾ ਸਕਦਾ। ਪਰ ਜਿਹੜਾ ਕੁਝ ਇਹ ਫਿਲਮਾਇਆ ਗਿਆ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ। ਤੇ ਜਿਹੜੀ ਉਹਨਾਂ ਦੀ ਗੱਲਬਾਤ ਤੋਂ ਉਹ ਲੱਗ ਰਿਹਾ ਕਿ ਉਹਨਾਂ ਨੂੰ ਤਾਂ ਚਾਅ ਹੀ ਬਹੁਤ ਜ਼ਿਆਦਾ ਚੜਿਆ ਹੋਇਆ ਸੀ, ਕਿਉਂਕਿ ਉੱਥੇ ਇੱਕ ਜਿਹੜੇ ਆਪਣੇ ਸਨੀ ਦਿਓਲ ਤੇ ਅਮਿਤਾਭ ਕੜੀ ਉਹ ਐਕਟਰ ਤੇ ਉਹ ਆਏ ਸੀ ਤੇ ਉਹਨਾਂ ਨੂੰ ਖਾਣਾ ਖਵਾਉਣ ਦੀ ਉਹ ਬੜੇ ਰੁੱਝੇ ਹੋਏ ਸੀ। ਤੇ ਕਿੰਨੀ ਮੈਂ ਬਸ਼ਰਮਗੀ ਦੀ ਹੱਦ ਹੋ ਗਈ ਆ ਕਿ ਤੁਸੀਂ ਗੁਰਦੁਆਰੇ ਦੇ ਪ੍ਰਧਾਨ ਹੋ, ਤੁਸੀਂ ਪ੍ਰਬੰਧਕ ਹੋ, ਗੁਰਦੁਆਰਾ ਆਪਣੇ ਆਪ ਦੀ ਇੱਕ ਵੱਡੀ ਸੰਸਥਾ ਹੈ। ਉਹ ਗੁਰਦੁਆਰਾ ਭਾਵੇਂ ਸ੍ਰੀ ਦਰਬਾਰ ਸਾਹਿਬ ਕਿਉਂ ਨਾ ਹੋਵੇ ਤੇ ਗੁਰਦੁਆਰਾ ਭਾਵੇਂ ਵਿਦੇਸ਼ ਦੇ ਵਿੱਚ ਦੂਜੀ ਧਰਤੀ ਤੇ ਕਿਉਂ ਨਾ ਹੋਵੇ, ਗੁਰਦੁਆਰੇ ਦੀ ਮਰਿਆਦਾ ਗੁਰਦੁਆਰੇ ਦੀ ਹੁੰਦੀ ਆ। ਉਹ ਗੱਲ ਕਹਿ ਰਹੇ ਨੇ, ਕਹਿੰਦੇ ਜੀ ਐਵੇਂ ਬਾਤ ਦਾ ਪਤੰਗੜ ਬਣ ਗਿਆ। ਤੇ ਕਹਿੰਦੇ ਇਹ ਜਿਹੜਾ ਸੀਨ ਹੈ ਸਾਨੂੰ ਪਤਾ ਹੀ ਨਹੀਂ ਲੱਗਿਆ, 2 ਮਿੰਟ ਦੇ ਵਿੱਚ ਇੱਕ ਸੀਨ ਫਿਲਮਾਇਆ ਗਿਆ। ਦੱਸੋ ਕਿੱਡਾ ਵੱਡਾ ਝੂਠ ਜਿਹੜੀ ਕਮੇਟੀ ਬੋਲ ਰਹੀ ਆ। ਬਹੁਤ ਵੱਡਾ ਮਨ ਦੇ ਅੰਦਰ ਇੱਕ ਰੋਸ ਹੈ
ਜਿਹੜਾ ਕਿ ਸਾਡੇ ਹੀ ਲੋਕ ਜਿਹੜੇ ਗੁਰਦੁਆਰਿਆਂ ਦੇ ਕਾਬਜ ਹੋ ਕੇ ਬੈਠੇ ਨੇ, ਕਾਬਜ ਨਾ ਕਮਾਂ ਚਲੋ ਬਣਾਏ ਹੋਏ ਨੇ, ਤੇ ਉਹ ਇਹੋ ਜਿਹੀਆਂ ਗੱਲਾਂ ਕਰਕੇ ਸਾਡੇ ਮਨਾਂ ਤੇ ਠੇਸ ਪਹੁੰਚਾ ਰਹੇ ਨੇ, ਜਿਨ੍ਹਾਂ ਨੂੰ ਮਰਜ਼ਾਦਾ ਦਾ ਕੁਝ ਵੀ ਇਲਮ ਨਹੀਂ ਹੈਗਾ। ਇਹ ਉਹਨਾਂ ਪ੍ਰਬੰਧਕਾਂ ਦਾ ਘਰ ਨਹੀਂ ਹੈਗਾ, ਇਹ ਗੁਰਦੁਆਰਾ ਸਾਹਿਬ ਆ। ਇਹ ਗੱਲ ਸਾਨੂੰ ਅੱਜ ਸਮਝਣ ਦੀ ਲੋੜ ਹੈ। ਠੀਕ ਹੈ ਗਰੇਵਾਲ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਅਸੀਂ ਇੱਥੇ ਕਲੀਅਰ ਕਰ ਦਈਏ ਕਿਉਂਕਿ ਜ਼ਰੂਰੀ ਹੈ, ਜਿਸ ਗੁਰੂ ਘਰ ਦੇ ਵਿੱਚ ਜਾਂ ਗੁਰੂ ਘਰ ਦੀ ਹਦੂਦ ਦੇ ਵਿੱਚ ਇਹ ਫਿਲਮ ਦਾ ਸ਼ੂਟ ਕੀਤਾ ਗਿਆ, ਜੋ ਪੂਰੀ ਵਾਇਰਲ ਹੋ ਰਹੀ ਹੈ ਵੀਡੀਓ, ਅਸੀਂ ਉਹਨਾਂ ਨੂੰ ਵੀ ਕੰਟੈਕਟ ਕੀਤਾ ਕਿ ਤੁਸੀਂ ਆਓ ਚਰਚਾ ਦੇ ਵਿੱਚ ਇਸ ਪੂਰੇ ਮੁੱਦੇ ਉੱਤੇ ਗੱਲਬਾਤ ਕਰੋ, ਆਪਣਾ ਪੱਖ ਰੱਖੋ, ਪਰ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਮੈਂ ਆਪਣੀ ਟੀਮ ਨੂੰ ਹੁਣ ਵੀ ਕਹਾਂਗਾ ਕਿ ਜੇਕਰ ਹੋ ਸਕੇ ਤਾਂ ਅਸੀਂ ਜ਼ਰੂਰ ਫੋਨ ਲਾਈਨ ਤੇ ਜੋੜੀਏ ਉਹਨਾਂ ਨੂੰ, ਜੋ ਗੁਰਦੁਆਰਾ ਕੁਣੀ ਸਾਹਿਬ ਦੇ ਪ੍ਰਬੰਧਕ ਨੇ, ਜਿੱਥੇ ਪੂਰਾ ਫਿਲਮ ਦਾ ਸੀਨ ਫਿਲਮਾਇਆ ਗਿਆ ਸੀ। ਜ਼ਰੂਰੀ ਅੱਜ ਉਹਨਾਂ ਦੇ ਉੱਤੇ ਸਿੱਧੇ ਐਲੀਗੇਸ਼ਨਸ ਲੱਗ ਰਹੇ ਨੇ ਕਿ ਉਹ ਝੂਠ ਬੋਲ ਰਹੇ ਨੇ, ਕਿ ਉਹਨਾਂ ਨੂੰ ਕੋਈ ਇਲਮ ਨਹੀਂ ਸੀ, ਕੋਈ ਜਾਣਕਾਰੀ ਇਸ ਬਾਰੇ ਦੇ ਵਿੱਚ ਨਹੀਂ ਸੀ। ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਦਾਦੂਵਾਲ ਜੀ ਦਾ ਇੱਕ ਵਾਰ ਰੁਕ ਕਰਦਾ। ਦਾਦੂਵਾਲ ਜੀ ਦੇਖੋ, ਹਰਿਆਣਾ ਦੇ ਵਿੱਚ ਹੈ, ਪੰਚਕੂਲਾ ਹਰਿਆਣਾ ਦੇ ਵਿੱਚ ਹੈ ਔਰ ਗੁਰਦੁਆਰਾ ਸਾਹਿਬ ਹਰਿਆਣਾ ਦੇ ਵਿੱਚ ਹੈ, ਤਾਂ ਜਵਾਬਦੇਹੀ ਤਾਂ HSGMC ਦੀ ਵੀ ਬਣਨੀ ਚਾਹੀਦੀ ਹੈ ਕਿ ਜੇਕਰ ਉੱਥੇ ਫਿਲਮ ਦਾ ਸੀਨ ਹੋਇਆ, ਫਿਲਮਾਇਆ ਗਿਆ, ਹੁਣ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ HSGMC ਦੇ ਅੰਡਰ ਨਹੀਂ ਆਉਂਦਾ ਉਹ ਗੁਰਦੁਆਰਾ ਸਾਹਿਬ, ਪਰ ਕੋਈ ਤਾਂ ਜਵਾਬਦੇਹੀ ਕਿਸੇ ਦੀ ਤਾਂ ਤੈਅ ਹੋਏਗੀ ਨਾ, ਕਿਵੇਂ ਕਰੀਏ? ਦੇਖੋ ਗੌਰਵ ਜੀ, ਮੈਂ 2-3 ਪੁਆਇੰਟਾਂ ਤੇ ਗੱਲ ਰੱਖਣੀ ਚਾਹੁੰਦਾ ਜੀ। ਪਹਿਲੀ ਗੱਲ ਤਾਂ ਇਹਨੂੰ ਆਪਾਂ ਸਟੇਟ ਨਾਲ ਨਾਮ ਹੀ ਜੋੜ ਕੇ ਆਲ ਵਰਲਡ ਦੇ ਉੱਤੇ ਜਿੰਨੇ ਗੁਰਦੁਆਰੇ ਸਾਹਿਬ ਆ, ਜੇਕਰ ਉੱਥੇ ਕੋਈ ਗਲਤ ਹੁੰਦਾ ਤਾਂ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ। ਮੈਂ ਇਸ ਗੱਲ ਨੂੰ ਕਬੂਲਦਾ ਹਾਂ। ਜ਼ਰੂਰੀ ਨਹੀਂ ਹੈ ਕਿ ਹਰਿਆਣਾ ਕਮੇਟੀ ਦੇ ਪ੍ਰਬੰਧ 'ਚ ਨਹੀਂ ਹੈ, ਲੋਕਲ ਪ੍ਰਬੰਧਕ ਵੀ ਹੋਣ। ਮੈਂ ਇਸ ਗੱਲ ਦੀ ਜ਼ਿੰਮੇਵਾਰੀ ਕਬੂਲਦਾ ਕਿ ਗਲਤੀ ਹੋਈ ਆ, ਤੇ ਸਾਨੂੰ ਇਹੋ ਜਿਹੀਆਂ ਗਲਤੀਆਂ ਅੱਗੇ ਨਾ ਹੋਣ, ਉਹਦੇ ਵਾਸਤੇ ਸਾਨੂੰ ਸੁਚੇਤ ਹੋਣਾ ਚਾਹੀਦਾ ਜੀ। ਹੁਣ ਮੈਂ ਦੂਸਰੀ ਗੱਲ ਤੇ ਆਉਣਾ। ਦੂਸਰੀ ਗੱਲ ਇਹ ਹੈ ਕਿ ਮੈਂ ਸੁਣਿਆ ਤੁਹਾਡੇ ਟੀਵੀ ਦੇ ਉੱਤੇ ਜਿਹੜਾ ਨਿਰਮਾਤਾ ਫਿਲਮ ਦਾ, ਉਸ ਨੂੰ ਵੀ ਮੈਂ ਪ੍ਰਬੰਧਕਾਂ ਨੂੰ ਵੀ ਸੁਣਿਆ। ਮੈਂ ਦੋਨਾਂ ਨੂੰ ਦੋਸ਼ੀ ਸਮਝਦਾ। ਔਰ ਤੀਸਰਾ, ਜਿਸ ਤਰ੍ਹਾਂ ਨਿਰਮਾਤਾ ਨੇ ਕਿਹਾ ਕਿ ਅਸੀਂ ਸਿੱਖ ਸਕਾਲਰ ਵੀ ਨਾਲ ਰੱਖਦੇ ਹਾਂ, ਕੋਈ ਜਿਹੜਾ ਮਰਜ਼ਾਦਾ ਬਾਰੇ ਦੱਸੇ, ਮੈਂ ਉਹਨੂੰ ਵੀ ਦੋਸ਼ੀ ਮੰਨਦਾ। ਦੋਸ਼ੀ ਕਿਉਂ ਮੰਨਦਾ ਇਹਨਾਂ ਨੂੰ? ਪ੍ਰਬੰਧਕਾਂ ਦਾ ਦੋਸ਼ ਇਹ ਹੈ ਕਿ ਪ੍ਰਬੰਧਕਾਂ ਨੇ ਇਹ ਨਹੀਂ ਪੁੱਛਿਆ ਕਿ ਇੱਥੇ ਸੀਨ ਫਿਲਮਾਇਆ ਕਿਹੜਾ ਜਾਣਾ, ਤੇ ਨਿਰਮਾਤਾ ਦਾ ਦੋਸ਼ ਇਹ ਹੈ ਕਿ ਉਹਨਾਂ ਇਹ ਨਹੀਂ ਦੱਸਿਆ ਪ੍ਰਬੰਧਕਾਂ ਨੂੰ ਕਿ ਇੱਥੇ ਅਸੀਂ ਕਿਹੜਾ ਸੀਨ ਜਿਹੜਾ ਹੈਗਾ ਉਹ ਕਰਨਾ, ਕਿਹੜਾ ਫਿਲਮਾਉਣਾ। ਠੀਕ ਹੈ। ਇਸ ਕਾਰਨ ਕਰਕੇ ਦੋਨਾਂ ਨੂੰ ਦੋਸ਼ ਤੋਂ ਬਰੀ ਨਹੀਂ ਕੀਤਾ ਜਾ ਸਕਦਾ, ਨਾ ਪ੍ਰਬੰਧਕਾਂ ਨੂੰ ਕੀਤਾ ਜਾ ਸਕਦਾ, ਨਾ ਨਿਰਮਾਤਾ ਨੂੰ ਕੀਤਾ ਜਾ ਸਕਦਾ ਜੀ। ਚਿਕਣੀਆਂ ਚੋਪੜੀਆਂ ਗੱਲਾਂ ਕਰਕੇ ਪ੍ਰਬੰਧਕ ਵੀ ਬਰੀ ਨਹੀਂ ਹੋ ਸਕਦੇ ਤੇ ਨਿਰਮਾਤਾ ਵੀ, ਕਿ ਮੈਂ ਬੜਾ ਸ਼ਰਧਾਲੂ ਹਾਂ ਜੀ, ਮੈਂ ਬੜੀ ਇੱਜ਼ਤ ਕਰਦਾ ਜੀ, ਇਹ ਦੋਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਔਰ ਜੇਕਰ ਇਹਨਾਂ ਦੇ ਨਾਲ ਕੋਈ ਸਿੱਖ ਇਤਿਹਾਸ ਦਾ ਜਾਣਕਾਰ ਜਿਹਦੀ ਇਹ ਸਲਾਹ ਲੈਂਦੇ ਆ, ਜੇਕਰ ਉਹ ਵੀ ਹੈ ਨਾਲ, ਤਾਂ ਮੈਂ ਸਮਝਦਾ ਤੀਜਾ ਉਸ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਇਹ ਸਾਰਿਆਂ ਦਾ ਗੁਨਾਹ ਆ। ਬਿਲਕੁਲ। ਇਹਨਾਂ ਨੂੰ ਸਜ਼ਾ ਜਿਹੜੀ ਆ ਜ਼ਰੂਰ ਲੱਗਣੀ ਚਾਹੀਦੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਵੇ, ਸ਼੍ਰੋਮਣੀ ਕਮੇਟੀ ਵੱਲੋਂ, ਸਾਡੀ ਕੇਂਦਰੀ ਸੰਸਥਾ ਆ, ਉਹ ਸਜ਼ਾ ਕਿਉਂ ਹੋਵੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰੇ। ਨੰਬਰ 1। ਨੰਬਰ 2 ਜੀ, ਤੁਹਾਨੂੰ ਪਤਾ ਹੈ ਕਿ ਕਰੋੜਾਂ ਰੁਪਈਆ ਖਰਚ ਆਉਂਦਾ ਫਿਲਮਾਂ ਬਣਾਉਣ ਤੇ, ਕਰੋੜਾਂ ਰੁਪਈਆ ਦੀ ਕਮਾਈ ਹੁੰਦੀ ਹੈ, ਤੇ ਕਰੋੜਾਂ ਰੁਪਈਆ ਉਹਦੀ ਪ੍ਰਮੋਸ਼ਨ ਤੇ ਲਾਉਂਦੇ ਆ ਫਿਲਮਾਂ ਦੇ ਨਿਰਮਾਤਾ ਜੀ। ਪਰ ਜਦੋਂ ਇਹੋ ਜਿਹੀ ਪ੍ਰੋਬਲਮ ਕ੍ਰੀਏਟ ਕਰਕੇ ਉਹ ਕਰੋੜਾਂ ਰੁਪਈਆ ਦਾ ਕੰਮ ਇਹਨਾਂ ਦਾ ਫਰੀ ਵਿੱਚ ਹੋ ਜਾਂਦਾ, ਇਹਦੇ ਤੇ ਇਹਨਾਂ ਦੀ ਮਨਸ਼ਾ ਜਿਹੜੀ ਆ ਉਹਦੇ ਤੇ ਸ਼ੱਕ ਸਿੱਧਾ ਜ਼ਾਹਰ ਹੁੰਦਾ ਹੈ, ਬਰੀ ਨਹੀਂ ਕੀਤਾ ਜਾ ਸਕਦਾ ਨਿਰਮਾਤਾ। ਲੱਗਦਾ ਹੈ ਕਿ ਇਹ ਕੰਟਰੋਵਰਸੀ ਹੋਈ ਨਹੀਂ, ਕੀਤੀ ਗਈ ਹੈ। ਬਿਲਕੁਲ, ਇਹਦੇ ਵਿੱਚ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਦੋਂ ਇਸ ਤਰ੍ਹਾਂ ਦਾ ਕਰਕੇ ਉਹਨੂੰ ਫਿਰ ਵਾਇਰਲ ਕਰਨਾ, ਪ੍ਰੋਬਲਮ ਜਿਹੜੀ ਆਪਣੇ ਕੰਟਰੋਵਰਸੀ ਕ੍ਰੀਏਟ ਕਰਨੀ, ਉਹਦੇ ਨਾਲ ਕੰਟਰੋਵਰਸੀ ਦੇ ਨਾਲ ਇਹਨਾਂ ਦਾ ਕਰੋੜਾਂ ਰੁਪਈਆਂ ਦਾ ਕੰਮ ਜਿਹੜਾ ਹੈਗਾ ਉਹ ਫ੍ਰੀ ਚ ਹੋ ਜਾਂਦਾ ਹੈ। ਹਰੇਕ ਦੀ ਰੁਚੀ ਬਣ ਜਾਂਦੀ ਹੈ ਉਸ ਪਾਸੇ ਤੇ ਫਿਲਮ ਦੇ ਪ੍ਰਤੀ ਧਿਆਨ ਖਿੱਚਿਆ ਜਾਂਦਾ। ਸੋ ਇਸ ਕਾਰਨ ਕਰਕੇ ਫਿਲਮ ਨਿਰਮਾਤਾ ਜਿਹੜੇ ਸਿੱਧੇ ਤੌਰ ਤੇ ਦੋਸ਼ੀ ਹੈ ਕਿ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੈ, ਤੇ ਉਹ ਕੇਵਲ ਕਈ ਗਲਤੀਆਂ ਹੁੰਦੀਆਂ ਨੇ, ਗਲਤੀ ਮੰਨ ਕੇ ਕਈ ਗੁਨਾਹ ਜਿਹੜੇ ਆ ਉਹ ਮੁਆਫੀਯੋਗ ਨਹੀਂ ਹੁੰਦੇ, ਔਰ ਕਈਆਂ ਦੀਆਂ ਗਲਤੀਆਂ ਦੀ ਮੁਆਫੀ ਹੈ, ਪਰ ਮੁਆਫੀ ਦਾ ਕੋਈ ਪੈਮਾਨਾ ਹੁੰਦਾ। ਇਹ ਨਹੀਂ ਹੈ ਕਿ ਅਸੀਂ ਕਰਕੇ ਸਾਰਾ ਕੁਝ ਕੰਟਰੋਵਰਸੀ ਪੈਦਾ ਕਰਕੇ ਮੁੜ ਕੇ ਕਹਿ ਦੋ ਜੀ ਅਸੀਂ ਮਾਫੀ ਮੰਗਦੇ, ਅਸੀਂ ਇੱਜ਼ਤ ਬੜੀ ਕਰਦੇ ਜੀ, ਅਸੀਂ ਦਰਬਾਰ ਸਾਹਿਬ ਜਾਂਦੇ ਜੀ, ਦਰਬਾਰ ਸਾਹਿਬ ਨੂੰ ਮੰਨਦੇ ਆ। ਦਰਬਾਰ ਸਾਹਿਬ ਨੂੰ ਸਾਰੇ ਮੰਨਦੇ ਆ, ਪਰ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਕਿਹਨੇ ਕਾਇਮ ਰੱਖਣਾ? ਗੁਰਦੁਆਰਾ ਸਾਹਿਬ ਨੂੰ ਮੰਨਦੇ ਹੋ, ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਕਿਹਨੇ ਕਾਇਮ ਰੱਖਣਾ? ਠੀਕ ਹੈ, ਪ੍ਰਬੰਧਕਾਂ ਦੀ ਵੀ ਜ਼ਿੰਮੇਵਾਰੀ ਹੈ, ਤੁਹਾਡੀ ਵੀ ਜ਼ਿੰਮੇਵਾਰੀ ਬਣਦੀ। ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਨਿਰਮਾਤਾ ਵੀ ਦੋਸ਼ੀ ਨੇ
ਔਰ ਜਿਨ੍ਹਾਂ ਨੇ ਉੱਥੇ ਸੀਨ ਕੀਤਾ, ਚਾਹੇ ਉਹ ਸਨੀ ਦਿਓਲ ਆ, ਚਾਹੇ ਨਾਲ ਕੋਈ ਹੋਰ ਹੀਰੋਇਨ, ਉਹ ਵੀ ਦੋਸ਼ੀ ਨੇ, ਪ੍ਰਬੰਧਕ ਵੀ ਦੋਸ਼ੀ ਨੇ ਕਿ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਇੱਥੇ ਸੀਨ ਕਰਨਾ ਕਿਹੜਾ, ਉਹਨਾਂ ਇਜਾਜ਼ਤ ਕਿਉਂ ਦਿੱਤੀ। ਔਰ ਇਹਦੇ ਨਾਲ ਜੇ ਕੋਈ ਇਹਨਾਂ ਨਾਲ ਸਿੱਖ ਇਤਿਹਾਸ ਦਾ ਜਾਣਕਾਰ ਹੈ ਤੇ ਉਹ ਵੀ ਦੋਸ਼ੀ ਹੈ, ਤੇ ਇਹਨਾਂ ਨੂੰ ਸਜ਼ਾ ਜਿਹੜੀ ਇਸ ਗੱਲ ਦੀ ਜਿਹੜੀ ਉਹ ਮਿਲਣੀ ਚਾਹੀਦੀ, ਤਾਂ ਕਿ ਅਗਾਂਹ ਤੋਂ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਬੱਚਤ ਗਲਤੀ ਨਾ ਕਰੇ ਕਿ ਗੁਰੂ ਘਰ ਦੀ ਮਾਨ ਮਰਿਆਦਾ ਨਾਲ ਖਿਲਵਾੜ ਨਾ ਕਰੇ। ਜੀ ਚਲੋ ਆਪਾਂ ਦੋਵੇਂ ਪੁਆਇੰਟ ਦੇ ਉੱਤੇ ਗੱਲਬਾਤ ਕਰਾਂਗੇ ਕਿ ਜੇ ਦੋਸ਼ੀ ਹੈ ਤਾਂ ਸਜ਼ਾ ਕੀ ਹੋਣੀ ਚਾਹੀਦੀ ਹੈ, ਤੇ ਦੂਜੇ ਪਾਸੇ ਪੁਆਇੰਟ ਇਹ ਵੀ ਹੈ ਕਿ ਸ਼ੂਟਿੰਗ ਨੂੰ ਲੈ ਕੇ ਵੀ ਕੋਈ ਦਿਸ਼ਾ ਨਿਰਦੇਸ਼ ਤੈਅ ਹੋਣੇ ਚਾਹੀਦੇ ਨੇ ਕਿ ਘੱਟੋ ਘੱਟ ਜਿਹੜੇ ਪ੍ਰਬੰਧਕ ਨੇ ਉਹਨਾਂ ਤੱਕ ਕਲੀਅਰ ਗੱਲ ਪਹੁੰਚ ਜਾਵੇ ਕਿ ਜੇਕਰ ਤੁਸੀਂ ਕਿਸੇ ਨੂੰ ਪਰਮਿਸ਼ਨ ਦੇ ਰਹੇ ਹੋ ਤਾਂ ਇੱਕ ਪੂਰਾ ਖਰੜਾ ਤਿਆਰ ਹੋ ਰੱਖਿਆ, ਉਸ ਦੇ ਮੁਤਾਬਿਕ ਹੀ ਪਰਮਿਸ਼ਨ ਦਿੱਤੀ ਜਾਏਗੀ। ਆਪਾਂ ਇਸ ਦੇ ਉੱਤੇ ਮੈਂ ਅੱਗੇ ਵਧਾਂਗਾ, ਪਰ ਪਹਿਲਾਂ ਮੈਂ ਬੁੱਟਰ ਸਾਹਿਬ ਦਾ ਰੁਖ ਕਰਦਾ। ਸਾਡੇ ਨਾਲ ਤਲਵਿੰਦਰ ਬੁੱਟਰ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ। ਤਲਵਿੰਦਰ, ਇਸ ਸਮੇਂ ਇੱਕ ਪੁਆਇੰਟ ਤਾਂ ਬੜਾ ਕਲੀਅਰ ਹੈ ਕਿ ਸਨੀ ਦਿਓਲ ਜੋ ਇੱਕ ਸਿੱਖ ਪਰਿਵਾਰ ਦੇ ਨਾਲ ਤਾਲੁਕ ਰੱਖਦਾ ਹੈ, ਪੰਜਾਬ ਦੇ ਨਾਲ ਤਾਲੁਕ ਰੱਖਦਾ ਹੈ, ਜਵਾਬਦੇਹੀ ਉਹਨਾਂ ਦੀ ਬਣਦੀ ਹੈ, ਡਾਇਰੈਕਟਰ ਦੀ ਬਣਦੀ ਹੈ, ਗੁਰਦੁਆਰਾ ਪ੍ਰਬੰਧਕਾਂ ਦੀ ਬਣਦੀ ਹੈ। ਜੇਕਰ ਉੱਥੇ ਉਹਨਾਂ ਦੇ ਨਾਲ ਕੋਈ ਸਿੱਖ ਇੰਟੈਲੈਕਚੁਅਲ ਸੀ ਜਿਸ ਤੋਂ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ, ਉਸ ਦੀ ਵੀ ਬਣਦੀ ਹੈ। ਕਿ ਗੱਲ ਇੱਥੇ ਤੱਕ ਸੀਮਿਤ ਹੈ? ਦੇਖੋ ਸ਼ੁਕਲਾ ਜੀ, ਜਿਹੜੇ ਫਿਲਮਾਂ ਦੇ ਨਾਲ ਧਰਮ ਦੇ ਵਿਵਾਦ ਆ, ਇਹਨਾਂ ਦਾ ਸਿਲਸਿਲਾ ਕੋਈ ਅੱਜ ਦਾ ਨਵਾਂ ਨਹੀਂ ਹੈ। ਮੈਨੂੰ ਯਾਦ ਆ ਕਿ ਸ਼ਾਇਦ ਸਾਡੇ ਜਨਮ ਤੋਂ ਪਹਿਲਾਂ ਦੀ ਗੱਲ ਆ, ਪਰ 1970 ਦੇ ਦਹਾਕੇ ਦੇ ਵਿੱਚ ਦੁੱਖ ਭੰਜਨ ਤੇਰਾ ਨਾਮ ਜੀ, ਨਾਨਕ ਨਾਮ ਜਹਾਜ਼ ਹੈ ਅਤੇ ਸਵਾ ਲੱਖ ਸੇ ਏਕ ਲੜਾਊ ਵਰਗੀਆਂ ਫਿਲਮਾਂ ਬਣੀਆਂ ਜਿਨ੍ਹਾਂ ਦੇ ਉੱਤੇ ਉਸ ਸਮੇਂ ਦੌਰਾਨ ਵੱਡੇ ਵਿਵਾਦ ਹੋਏ। ਉਸ ਤੋਂ ਬਾਅਦ ਜਿਹੜਾ ਪੰਥ ਨੂੰ ਫਿਲਮਾਂ ਦੀ ਦਿਸ਼ਾ ਦੇ ਵਿੱਚ ਕੁਝ ਦਿਸ਼ਾ ਨਿਰਦੇਸ਼, ਕੁਝ ਕਾਇਦੇ ਕਾਨੂੰਨ ਜਿਹੜੇ ਆ ਨਿਯਮ ਘੜਨ ਲਈ ਮਜਬੂਰ ਹੋਣਾ ਪਿਆ। ਜਿਵੇਂ ਕਿ ਆਮ ਤੌਰ ਤੇ ਪੁਰਾਣੀਆਂ ਫਿਲਮਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਜਿਹੜਾ ਉਹਨਾਂ ਦੀ ਹਜ਼ੂਰੀ ਦੇ ਵਿੱਚ ਲਾਵਾਂ ਕਰਨ ਦਾ, ਆਨੰਦ ਕਾਰਜ ਕਰਨ ਦਾ ਇੱਕ ਨਾਟਕ, ਫਿਲਮੀ ਦ੍ਰਿਸ਼ ਫਿਲਮਾਏ ਜਾਂਦੇ ਸਨ। ਤੇ ਉਹ ਜਿਹੜੇ ਦ੍ਰਿਸ਼ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਸਿੱਖ ਜਿਹੜੇ ਜਾਗਤ ਜੋਤ ਇਸ਼ਟ ਮੰਨਦੇ, ਗੁਰੂ ਮੰਨਦੇ ਆ, ਉਹਨਾਂ ਦੇ ਲਈ ਅਸਹਿਣਯੋਗ ਤੇ ਨਾ ਦੇਖਣ ਯੋਗ ਸਨ। ਅਕਾਲ ਤਖਤ ਸਾਹਿਬ ਤੋਂ ਉਹਨਾਂ ਸਮਿਆਂ ਦੇ ਵਿੱਚ ਇੱਕ ਇਹ ਵੀ ਆਦੇਸ਼ ਹੋਇਆ ਕਿ ਭਵਿੱਖ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੋਈ ਵੀ ਆਨੰਦ ਕਾਰਜ ਦਾ ਜਿਹੜਾ ਦ੍ਰਿਸ਼ ਉਹ ਨਹੀਂ ਫਿਲਮਾਇਆ ਜਾ ਸਕਦਾ, ਜੋ ਕਿ ਦਹਾਕਿਆਂ ਤੱਕ ਜਿਹੜਾ ਉਹਦੇ ਤੇ ਅਮਲ ਹੋਇਆ। ਪਰ ਮੈਂ ਦੇਖ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਜਾਂ ਹੋਰਨਾਂ ਫਿਲਮਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਦ੍ਰਿਸ਼ ਫੇਰ ਫਿਲਮਾਏ ਜਾ ਰਹੇ ਆ, ਪਰ ਸਾਡੀਆਂ ਸੰਸਥਾਵਾਂ ਖਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਇਹਦੇ ਬਾਰੇ ਜਿਹੜਾ ਉਹ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ। ਦੂਸਰੀ ਗੱਲ, ਜਿਵੇਂ ਹਿੰਦੀ ਫਿਲਮਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਈ ਫਿਲਮਾਂ ਆਉਂਦੀਆਂ ਆ, ਉਹਨਾਂ ਦੇ ਬਾਰੇ ਜਿਹੜੇ ਵਿਵਾਦ ਜਿਹੜੇ ਜੁੜ ਜਾਂਦੇ ਆ ਕੁਝ ਚੀਜ਼ਾਂ ਤੇ ਅਚੇਤ ਰੂਪ ਚ ਦੇ ਵਿੱਚ, ਕਿਉਂਕਿ ਜਿਹੜੇ ਬਾਲੀਵੁੱਡ ਆ ਜਾਂ ਹਾਲੀਵੁੱਡ ਆ, ਉਹਦੇ ਜਿਹੜੇ ਡਾਇਰੈਕਟਰ ਹੁੰਦੇ ਨੇ ਜਾਂ ਹੀਰੋ ਹੁੰਦੇ ਨੇ, ਉਹਨਾਂ ਨੂੰ ਉਹਨਾਂ ਦਾ ਅਸਲ ਵਿੱਚ ਉਹਨਾਂ ਦਾ ਮਾਈਂਡ ਹੁੰਦਾ ਕਮਰਸ਼ੀਅਲ। ਉਹਨਾਂ ਨੇ ਉਸ ਚੀਜ਼ ਨੂੰ ਆਪਣੇ ਵਪਾਰਕ ਜਿਹੜਾ ਨੁਕਤਾ ਨਿਗਾਹ ਤੋਂ ਦੇਖਣਾ ਹੁੰਦਾ। ਪਰ ਜਿਸ ਤਰ੍ਹਾਂ ਤੁਸੀਂ ਜਿਹੜੇ ਇਹ ਗਦਰ 2 ਦੇ ਜਿਹੜੇ ਡਾਇਰੈਕਟਰ ਸਾਹਿਬ ਦੀ ਇੱਕ ਛੋਟੀ ਜਿਹੀ ਜਿਹੜੀ ਵਾਰਤਾਲਾਪ ਸੁਣਾਈ, ਉਹ ਕਹਿੰਦੇ ਕਿ ਅਸੀਂ ਜਿਹੜੇ ਆ ਸਿੱਖਾਂ ਨਾਲ ਸੰਬੰਧਿਤ ਜਿਹੜੇ ਆ ਉਹ ਵਿਦਵਾਨ ਮਾਹਰ ਆ ਜਾਂ ਮੁਸਲਮਾਨਾਂ ਜਾਂ ਵੱਖ-ਵੱਖ ਧਰਮਾਂ ਨਾਲ ਉਹਨਾਂ ਨੂੰ ਨਾਲ ਰੱਖਦੇ ਆ। ਇੱਕ ਇਹ ਸਵਾਲ ਪੈਦਾ ਹੁੰਦਾ ਕਿ ਫਿਰ ਜੇ ਉਹ ਇੰਟੈਲੈਕਚੁਅਲ ਬੰਦਿਆਂ ਨੂੰ ਨਾਲ ਰੱਖਦੇ ਆ ਤਾਂ ਉਹ ਫਿਰ ਕਾਹਦੇ ਲਈ ਨੇ? ਉਹਨਾਂ ਨੇ ਕੀ ਇਹ ਜਿਹੜਾ ਵਿਵਾਦ ਪੈਦਾ ਹੋਇਆ, ਕਹਿੰਦੇ ਅਸੀਂ ਤਾਂ ਅੰਦਰ ਗਏ ਨਹੀਂ, ਇਸ ਤਾਂ ਸੜਕ ਦੇ ਉੱਤੇ ਸ਼ੂਟ, ਚਾਹੇ ਬਾਹਰ ਵੀ ਆ ਗੁਰੂ ਗ੍ਰੰਥ ਜਿਹੜਾ ਨਹੀਂ। ਚਲੋ ਇੱਕ ਪੁਆਇੰਟ, ਕਿਉਂਕਿ ਗਰੇਵਾਲ ਸਾਹਿਬ ਉਸ ਦੇ ਉੱਤੇ ਰਿਐਕਟ ਕਰ ਰਹੇ ਸੀਗੇ, ਪਰ ਜੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਅੱਗੇ ਦੇਖੋ, ਆਪਾਂ ਨੂੰ ਇਸ ਚੀਜ਼ ਨੂੰ ਵੀ ਸਮਝਣਾ ਪੈਣਾ ਕਿ ਜੇਕਰ ਪਰਮਿਸ਼ਨਸ ਦਿੱਤੀਆਂ ਜਾ ਰਹੀਆਂ ਨੇ ਤਾਂ ਉਹ ਕਿੱਥੇ ਤੱਕ ਲਾਗੂ ਹੁੰਦੀਆਂ ਨੇ, ਤਾਂ ਉਹ ਕਿਵੇਂ ਹੋਣੀਆਂ ਚਾਹੀਦੀਆਂ ਨੇ। ਕਿ ਜੇਕਰ ਗੁਰਦੁਆਰਾ ਸਾਹਿਬ ਦੇ ਅੱਗੇ ਵਾਲੀ ਸੜਕ ਦੇ ਉੱਤੇ ਕੋਈ ਸੀਨ ਸ਼ੂਟ ਕੀਤਾ ਜਾ ਰਿਹਾ ਹੈ, ਕਿ ਉਸ ਦੇ ਉੱਤੇ ਵੀ ਇਤਰਾਜ਼ ਹੈ? ਬਿਲਕੁਲ ਜੀ, ਗੁਰੂ ਗ੍ਰੰਥ ਜਿਹੜਾ ਗੁਰਦੁਆਰਾ ਸਾਹਿਬ ਆ ਉਹਦੀ ਕਿਤੇ ਵੀ ਉਹਦਾ ਜਿਹੜਾ ਰੂਪ ਦਿਸਦਾ ਜਾਂ ਉਹਦੀ ਬਿਲਡਿੰਗ ਦਿਸਦੀ ਆ, ਉਹਦੇ ਅੱਗੇ ਕੋਈ ਵੀ ਇਹੋ ਜਿਹਾ ਜਿਹੜਾ ਕਿ ਸਿੱਖ ਸੱਭਿਆਚਾਰ, ਸਿੱਖ ਰਵਾਇਤਾਂ ਦੇ ਉਲਟ ਹੋਵੇ ਇਹੋ ਜਿਹਾ ਸੀਨ ਨਹੀਂ। ਤੁਹਾਨੂੰ ਕਿਸ ਚੀਜ਼ ਦੇ ਉੱਤੇ ਇਤਰਾਜ਼ ਹੈ ਕਿ ਇਸ ਸੀਨ ਦੇ ਉੱਤੇ, ਮਤਲਬ ਕਿਸ ਤਰੀਕੇ ਨਾਲ ਤੁਹਾਨੂੰ ਲੱਗ ਰਿਹਾ ਕਿ ਇਹ ਨਹੀਂ ਹੋਣਾ ਚਾਹੀਦਾ? ਦੇਖੋ, ਜਿਹੜਾ ਇਹ ਸੀਨ ਆ, ਜਿਸ ਤਰੀਕੇ ਦੇ ਨਾਲ ਉਹ ਜਿਹੜੇ ਹੀਰੋ ਤੇ ਹੀਰੋਇਨ ਇੱਕ ਦੂਜੇ ਦੇ ਨਾਲ ਗਲਵਕੜੀ ਦੇ ਵਿੱਚ ਨੇ, ਉਹ ਇੱਕ ਰੋਮਾਂਸ ਕਰ ਰਹੇ ਆ, ਤੇ ਜਿਹੜੇ ਗੱਤਕੇ ਵਾਲੇ ਸਿੰਘ, ਮੈਨੂੰ ਤੇ ਲੱਗਦਾ ਵੀ ਉਹ ਕਿੱਡੇ ਬੇਸ਼ਰਮ ਬੰਦੇ ਨੇ, ਗੁਰਸਿੱਖੀ ਬਾਣਾ ਪਾਇਆ ਤੇ ਉਹਨਾਂ ਨੂੰ ਨਹੀਂ ਇਹ ਗੱਲ ਦੀ ਸਮਝ ਆਈ ਕਿ ਅਸੀਂ ਕੀ ਕਰ ਰਹੇ ਆ। ਇਸ ਤਰੀਕੇ ਦੇ ਨਾਲ ਤੇ ਅਸੀਂ ਆਪਣੇ ਗੁਰੂ ਦੇ ਪਰਿਕਰਮਾ ਕਰਦੇ ਆ, ਜਿਸ ਤਰੀਕੇ ਦੇ ਨਾਲ ਉਹ ਜਿਹੜੇ ਉਹ ਹੀਰੋ ਤੇ ਹੀਰੋਇਨ ਦੇ ਦੁਆਲੇ ਗੱਤਕਾ ਖੇਡ ਰਹੇ। ਇੱਕ ਤੇ ਇਹ ਹੋ ਸਕਦਾ ਕਿ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਹੀ ਨਾ ਹੋਣ, ਕਿ ਉਹਨਾਂ ਨੂੰ ਤਾਂ ਬਾਣਾ ਪਵਾ ਦਿੱਤਾ ਗਿਆ ਹੋਵੇ, ਹਾਲਾਂਕਿ ਉਹ ਵੀ ਫਿਰ ਇੱਕ ਵਿਵਾਦ ਦਾ ਵਿਸ਼ਾ ਜ਼ਰੂਰ ਹੈ। ਪਹਿਲਾ ਤੇ ਇਹ ਇਤਰਾਜ਼ ਆ। ਦੂਸਰਾ ਇਤਰਾਜ਼ ਆ ਕਿ ਉਹ ਜਿਹੜਾ ਸਾਰਾ ਦ੍ਰਿਸ਼ ਫਿਲਮਾਇਆ ਜਾ ਰਿਹਾ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ, ਉਹਨਾਂ ਦੀ ਦਰਸ਼ਨੀ ਡਿਊਟੀ ਦੇ ਸਾਹਮਣੇ ਫਿਲਮਾਇਆ ਜਾ ਰਿਹਾ। ਬਿਲਕੁਲ ਜਿੱਥੇ ਗੁਰਦੁਆਰਾ ਸਾਹਿਬ ਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਆ,
ਜਾਂ ਸਿੱਖ ਧਰਮ ਨਾਲ ਸੰਬੰਧਿਤ ਕੋਈ ਚਿੰਨ੍ਹ ਆ ਉਹਨੂੰ ਜੋੜ ਕੇ ਕੋਈ ਵੀ ਅਜਿਹਾ ਦ੍ਰਿਸ਼ ਜਿਹੜਾ ਸਭ ਸਿੱਖ ਸੱਭਿਆਚਾਰ ਤੇ ਸਿੱਖ ਰਹੁ ਰੀਤਾਂ ਦੇ ਖਿਲਾਫ ਹੋਵੇ ਉਹ ਇਤਰਾਜ਼ਯੋਗ ਹੈ ਤੇ ਉਸ ਦੇ ਉੱਤੇ ਜਿਹੜਾ ਰੋਕ ਲੱਗਣੀ ਜ਼ਰੂਰੀ ਹੈ। ਠੀਕ ਹੈ, ਚਲੋ ਮੈਂ ਇਸ ਪੁਆਇੰਟ ਦੇ ਉੱਤੇ ਆਣਾ ਪਰ ਮੈਂ ਗਰੇਵਾਲ ਸਾਹਿਬ ਦਾ ਰੁਖ ਕਰਦਾ। ਗਰੇਵਾਲ ਸਾਹਿਬ, ਮੈਂ ਦਿਸ਼ਾ ਨਿਰਦੇਸ਼ਾਂ ਤੇ ਜਾਵਾਂ ਪਰ ਉਸ ਤੋਂ ਪਹਿਲਾਂ, ਕਿਉਂਕਿ ਗੱਤਕੇ ਦਾ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਤਾਂ ਵੱਖ-ਵੱਖ ਸਟੇਜਾਂ ਦੇ ਉੱਤੇ ਪਰਫਾਰਮ ਕੀਤਾ ਜਾਂਦਾ ਹੈ। ਮੈਂ ਬਹੁਤ ਸਾਰੇ ਟੈਲੈਂਟ ਹੰਟ ਸ਼ੋਅ ਦੇਖੇ ਨੇ ਜਿਨ੍ਹਾਂ ਦੇ ਉੱਤੇ ਇਨਫੈਕਟ ਇੰਡੀਆ ਔਰ ਇੰਡੀਆ ਤੋਂ ਬਾਹਰ ਵੀ ਜਿੱਥੇ ਗੱਤਕਾ ਖੇਡਿਆ ਗਿਆ ਉੱਥੇ ਪਰਫਾਰਮ ਕੀਤਾ ਗਿਆ, ਇੱਕ ਤੁਸੀਂ ਕਹਿ ਸਕਦੇ ਹੋ ਸਪੋਰਟਸ ਦੇ ਤੌਰ ਦੇ ਉੱਤੇ ਵੀ ਲਿਆ ਗਿਆ। ਮੈਂ ਅਲੱਗ-ਅਲੱਗ ਦੋਵੇਂ ਵਿਵਾਦਾਂ ਦੇ ਉੱਤੇ ਆਵਾਂਗਾ, ਪਰ ਪਹਿਲਾਂ ਗੱਤਕਾ ਜੋ ਆਲੇ ਦੁਆਲੇ ਖੇਡਿਆ ਜਾ ਰਿਹਾ ਸੀ ਉਸ ਸੀਨ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਉਸ ਦੇ ਉੱਤੇ ਵੀ ਆਬਜੈਕਸ਼ਨ ਹੈ। ਜੇਕਰ ਹੈ ਤਾਂ ਕਿਉਂ, ਤੇ ਜੇਕਰ ਤੁਹਾਨੂੰ ਆਬਜੈਕਸ਼ਨ ਹੈ ਤਾਂ ਤੁਸੀਂ ਕੀ ਜਿਹੜੀਆਂ ਸਟੇਜਾਂ ਦੇ ਉੱਤੇ ਗੱਤਕੇ ਦੀ ਪਰਫਾਰਮੈਂਸ ਹੁੰਦੀ ਹੈ ਉਸ ਨੂੰ ਤੇ ਫਿਲਮ ਦੇ ਵਿੱਚ ਫਿਲਮਾਏ ਗਏ ਸੀਨ ਨੂੰ ਬਿਲਕੁਲ ਵੱਖ-ਵੱਖ ਦੇਖਦੇ? ਦੇਖੋ ਗੌਰਵ ਜੀ, ਜਿਹੜਾ ਗੱਤਕਾ ਅੱਜ ਕੱਲ ਦੋ ਤਰ੍ਹਾਂ ਦਾ ਵਾ। ਇੱਕ ਗੱਤਕਾ ਜਿਹੜਾ ਸਿੱਖੀ ਪਹਿਰਾਵੇ ਵਿੱਚ ਪਰੰਪਰਾਗਤ ਗੱਤਕਾ, ਦੂਸਰਾ ਹੈ ਕੰਪੀਟੀਸ਼ਨ ਵਾਲਾ ਗੱਤਕਾ। ਜਿਹੜਾ ਇਹ ਦਿਖਾਇਆ ਜਾ ਰਿਹਾ ਹੈ ਪਰੰਪਰਾਗਤ ਸਿੱਖੀ ਗੱਤਕਾ ਵਾ, ਜਿਹੜਾ ਕਿ ਸਾਡੀ ਇੱਕ ਮਰਜ਼ਾਦਾ ਦਾ ਹਿੱਸਾ ਤੇ ਸਿੱਖੀ ਦੀ ਇੱਕ ਸ਼ਾਨ ਹੈ, ਜਿਹੜਾ ਕਿ ਨਗਰ ਕੀਰਤਨਾਂ ਦੇ ਅੰਦਰ ਜਾਂ ਵੱਡੇ ਕੋਈ ਜਿਹੜੇ ਜਦੋਂ ਕਿ ਅਸੀਂ ਪ੍ਰਦਰਸ਼ਨ ਕਰਦੇ ਹਾਂ, ਸਿੱਖ ਆਪਣੀਆਂ ਪਰੰਪਰਾਵਾਂ ਦਾ ਪ੍ਰਦਰਸ਼ਨ ਕਰਦੇ ਆ ਸਟੇਜਾਂ ਜਿਵੇਂ ਤੁਸੀਂ ਕਹੀਆਂ, ਉਹ ਉੱਥੇ ਗੱਤਕਾ ਜਿਹੜਾ ਖੇਡਿਆ ਜਾਂਦਾ। ਨਹੀਂ, ਪਰ ਇਸੀ ਬਾਣੇ ਦੇ ਵਿੱਚ ਹੁੰਦੇ ਨੇ। ਮੈਂ ਮਾਫੀ ਚਾਹ ਰਿਹਾ ਵਿਚਾਲੇ ਤੁਹਾਨੂੰ ਰੋਕ ਰਹੇ ਹਾਂ, ਪਰ ਬਹੁਤ ਸਾਰੀਆਂ YouTube ਦੇ ਉੱਤੇ ਵੀਡੀਓਜ਼ ਤੁਹਾਨੂੰ ਦਿਖ ਜਾਣਗੀਆਂ ਜਿਹੜੇ ਗॉड ਟੈਲੈਂਟਸ ਵੱਖ-ਵੱਖ ਸਟੇਜਾਂ ਦੇ ਉੱਤੇ ਪਰਫਾਰਮ ਹੋਏ ਨੇ, ਉਹਨਾਂ ਦੇ ਵਿੱਚ ਜੋ ਪਰਫਾਰਮ ਕਰ ਰਹੇ ਹੁੰਦੇ ਨੇ ਉਹ ਇਸੇ ਬਾਣੇ ਦੇ ਵਿੱਚ ਹੁੰਦੇ ਨੇ। ਗਰੇਵਾਲ ਸਾਹਿਬ, ਮੈਂ ਗੌਰਵ ਜੀ ਉਹੀ ਗੱਲ ਕਰ ਰਿਹਾ ਨਾ, ਉਹ ਆਪਣੇ ਗੱਤਕੇ ਦੀ ਪਰੰਪਰਾਗਤ ਗੱਤਕੇ ਦਾ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ, ਠੀਕ ਹੈ, ਨਾ ਕਿ ਕਿਸੇ ਦੀ ਪ੍ਰਮੋਸ਼ਨ ਕਰ ਰਹੇ ਹੁੰਦੇ ਨੇ। ਉਹ ਗੱਤਕੇ ਦੀ ਪ੍ਰਮੋਸ਼ਨ ਕਰ ਰਹੇ ਨੇ, ਗੱਤਕੇ ਦਾ ਜਾਹੋ ਜਲਾਲ ਦਿਖਾ ਰਹੇ ਹੁੰਦੇ ਨੇ, ਉਹਦੇ 'ਚ ਕੋਈ ਹੋਰ ਮਿਲਾਵਟ ਨਹੀਂ ਹੁੰਦੀ ਗੀ। ਇਹ ਜਿਵੇਂ ਆਪਣੀ ਗੱਲ ਕੀਤੀ ਆ ਬੁੱਟਰ ਸਾਹਿਬ ਨੇ, ਬਿਲਕੁਲ ਇਹ ਸਹੀ ਗੱਲ ਆ। ਮੈਂ ਇੱਕ ਦੂਜੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਤੁਸੀਂ ਮਨ ਦੇ ਅੰਦਰ ਇੱਕ ਖਦਸ਼ਾ ਪ੍ਰਗਟ ਕਰ ਰਹੇ ਹੋ ਕਿ ਉਹ ਗੁਰਦੁਆਰੇ ਦੀ ਹਦੂਦ ਤੋਂ ਬਾਹਰ ਆ, ਜਿਹੜੇ ਸਵੇਰੇ ਅੱਜ ਦੁਪਹਿਰ ਦੇ ਟਾਈਮ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਇਹ ਸੀਨ ਜਿਹੜਾ ਉੱਥੇ ਅੰਦਰ ਕੀਤਾ ਗਿਆ ਸਾਨੂੰ ਦੱਸਿਆ ਨਹੀਂ ਗਿਆ, ਇਸ ਕਰਕੇ ਇਸ ਤਰ੍ਹਾਂ ਦੀ ਸ਼ੰਕਾ ਜਿਹੜੀ ਆ ਉਹ ਨਾ ਪਾਈ ਜਾਵੇ, ਕਿਉਂਕਿ ਜਦੋਂ ਪ੍ਰਬੰਧਕਾਂ ਨੇ ਮੰਨ ਲਿਆ ਕਿ ਉਹ ਗੁਰਦੁਆਰੇ ਦੇ ਵਿੱਚ ਜਿਹੜਾ ਠੀਕ ਹੈ, ਤੁਹਾਡਾ ਪੁਆਇੰਟ ਵੈਲਿਡ ਹੈ। ਮੈਂ ਹੋਰ ਐਡ ਕਰ ਦਵਾਂ, ਮੈਂ ਜੇ ਆਪਾਂ ਦੇਖੀਏ ਬਹੁਤ ਧਿਆਨ ਦੇ ਨਾਲ ਜੋ ਮੈਂ ਉਸ ਸੀਨ ਨੂੰ ਦੇਖ ਵੀ ਪਾ ਰਿਹਾ ਤੇ ਲੱਗ ਰਿਹਾ ਕਿ ਪਿੱਛੇ ਸ਼ਾਇਦ ਨਿਸ਼ਾਨ ਸਾਹਿਬ ਨਜ਼ਰ ਆ ਰਹੇ ਨੇ, ਜੇ ਮੈਂ ਗਲਤ ਨਹੀਂ ਹਾਂ। ਬਿਲਕੁਲ ਇਹ ਗੁਰਦੁਆਰੇ ਦੇ ਪ੍ਰੀਮਿਸਿਸ ਆ ਜੀ, ਅੰਦਰ ਦੀ ਪ੍ਰੀਮਿਸਿਸ ਹੈ। ਬਿਲਕੁਲ, ਤੁਸੀਂ ਗੱਲ ਕੰਪਲੀਟ ਕਰ ਲਓ ਗਰੇਵਾਲ ਸਾਹਿਬ। ਮੈਂ ਤਾਂ ਇਹੀ ਕਹਿ ਰਿਹਾ ਜੀ, ਦੇਖੋ ਜਿਹੜੀ ਗੱਲ ਹੁਣ ਉੱਪਰ ਕੇ ਸਾਹਮਣੇ ਆ ਰਹੀ ਆ, ਦੋ ਵਿਚਾਰ ਨੇ, ਇੱਕ ਤਾਂ ਅਣਜਾਣੇ ਵਾਲੀ ਗੱਲ ਹੁੰਦੀ ਆ, ਜਿਹੜੀ ਡਾਇਰੈਕਟਰ ਸਾਹਿਬ ਨੇ ਗੱਲ ਕਰਤੀ ਆ ਤੇ ਉਹ ਤਾਂ ਪੂਰੇ ਜਾਣਕਾਰ ਨੇ, ਉਹਨਾਂ ਨੇ ਤਾਂ ਫਿਲਮਾਂ ਵੀ ਬਣਾਈਆਂ। ਝੂਠ ਬੋਲ ਰਹੇ ਨੇ ਕਿ ਕਿਸੇ ਜਿਹੜੇ ਸਿੱਖ ਇੰਟੈਲੈਕਚੁਅਲ ਨੂੰ ਨਾਲ ਲੈਂਦੇ ਨੇ ਤੇ ਉਹਨਾਂ ਨੂੰ ਦੱਸਣਾ ਪਏਗਾ। ਜੇ ਇਹ ਗੱਲ ਲੱਗਦੀ ਆ ਕਿ ਕਿਸੇ ਸਿੱਖ ਇੰਟੈਲੈਕਚੁਅਲ ਨੇ ਉਹਨਾਂ ਨੂੰ ਗਲਤ ਗਾਈਡ ਕੀਤਾ ਤੇ ਉਹਦਾ ਨਾਂ ਲੈਣ ਤੇ ਉਹਨੂੰ ਅਸੀਂ ਸਵਾਲ ਪੁੱਛੀਏ ਕਿ ਤੁਹਾਨੂੰ ਲੱਗਦਾ ਕਿ ਐਸਜੀਪੀਸੀ ਦੀ ਵੀ ਜਵਾਬਦੇਹੀ ਹੋਣੀ ਚਾਹੀਦੀ ਹੈ ਇਸ ਪੂਰੇ ਮਾਮਲੇ 'ਚ? ਕਿਹੜੀ ਦੀ? ਐਸਜੀਪੀਸੀ ਸ਼੍ਰੋਮਣੀ ਕਮੇਟੀ ਜੀ, ਸ਼੍ਰੋਮਣੀ ਐਸਜੀਪੀਸੀ ਦਾ ਵਿਰੋਧ ਕਰ ਰਹੀ ਹੈ। ਜੇ ਹਾਂ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਕਿਸੇ ਵੀ ਐਸਜੀਪੀਸੀ ਨਾਲ ਸੰਬੰਧਿਤ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਫਿਲਮਾਉਣ ਕਰਨ ਦੀ ਗੱਲ ਆ ਉਹਦਾ ਬਹੁਤ ਲੰਬਾ ਪ੍ਰੋਸੀਜਰ ਆ, ਉਹਦੀ ਜਿਹੜੀ ਆ ਉਹ ਲਈ ਜਾਂਦੀ ਆ, ਸਕ੍ਰਿਪਟ ਦੇਖੀ ਜਾਂਦੀ ਆ, ਫਿਰ ਹਰ ਗੱਲ ਪਹਿਲਾਂ ਪ੍ਰਚਾਰ ਕੀਤੀ ਜਾਂਦੀ ਆ, ਕਿਉਂਕਿ ਸਿਰਫ ਤੇ ਸਿਰਫ ਪ੍ਰਚਾਰ ਕਰਨ ਵਾਸਤੇ ਜਾਂ ਗੁਰੂ ਨੂੰ ਨਤਮਸਤਕ ਹੋਣ ਲਈ, ਫਿਰ ਕਿਹਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ, ਇਹ ਚੀਜ਼ਾਂ ਲਈ ਤਾਂ ਕਿਤੇ ਨਾ ਕਿਤੇ ਕੀਤਾ ਜਾਂਦਾ ਵਾ, ਪਰ ਇਸ ਤਰ੍ਹਾਂ ਦੀ ਕੋਈ ਇਜਾਜ਼ਤ ਨਹੀਂ ਹੈ। ਇਹ ਅਸੀਂ ਇਸੇ ਗੱਲ ਦਾ ਵਿਰੋਧ ਕਰ ਰਹੇ ਹਾਂ। ਸਾਡੀ ਉਹਨਾਂ ਨਾ ਗੁਰਦੁਆਰਾ ਕਮੇਟੀ ਦਾ ਰੌਲਾ, ਨਾ ਸਾਡਾ ਸਨੀ ਦਿਓਲ ਨਾਲ ਰੌਲਾ, ਤੇ ਨਾ ਇਹ ਜਿਹੜੇ ਸਾਡੇ ਸਾਹਿਬ ਉਹਨਾਂ ਨਾਲ ਸਾਡੀ ਕੋਈ ਲੜਾਈ, ਨਾ ਸਾਡੇ ਮਨ ਦੀ ਇਹ ਮਨਸ਼ਾ ਕਿ ਅਸੀਂ ਉਹਨਾਂ ਤੋਂ ਮਾਫੀ ਮੰਗਾਉਣ ਦਾ ਕੋਈ ਸਾਡੇ ਨਾਲ ਹੋਮੇ ਦੇ ਹੈਗੀ ਆ, ਨਾ ਅਸੀਂ ਕੋਈ ਵੱਡੇ ਬਣ ਰਹੇ ਇਸ ਗੱਲ ਨਾਲ। ਇਹ ਤਾਂ ਇੱਕ ਸਹੇ ਦੀ ਨਹੀਂ, ਇਹ ਤਾਂ ਪਹੇ ਦੀ ਆ। ਜਿਵੇਂ ਬੁੱਟਰ ਸਾਹਿਬ ਨੇ ਜ਼ਿਕਰ ਕੀਤਾ ਸੀ ਜਾਂ ਦਾਦੂਵਾਲ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਕਿ ਇਸ ਗੱਲ ਦੇ ਲਈ ਬੜਾ ਸਹੀ ਹੋਣਾ ਚਾਹੀਦਾ, ਪਰ ਮੈਂ ਇੱਥੇ ਇਹ ਵੀ ਗੱਲ ਕਹਿ ਰਿਹਾ ਕਿ ਇਸ ਮਾਮਲੇ 'ਚ ਸਾਰੇ ਧਰਮਾਂ ਦੇ ਲੋਕ ਜਿਹੜੇ ਆ, ਖਾਸ ਤੌਰ ਤੇ ਧਰਮ ਦੇ ਨਾਲ ਸੰਬੰਧਿਤ ਜਿਹੜੀਆਂ ਸ਼ਖਸੀਅਤਾਂ ਉਹਨਾਂ ਨੂੰ ਅੱਗੇ ਆਉਣਾ ਪਏਗਾ। ਹੁਣ ਇਹ ਲੋਕ ਆਪਣੀ ਫਿਲਮ ਦੇ ਪ੍ਰਸਾਰਣ ਨੂੰ ਲੈ ਕੇ ਸਵਾਲ ਖੜਾ ਕਰਦੇ ਨੇ ਤੇ ਆਪਣੀ ਉਹ ਜਿਹੜੀ ਪਬਲਿਸਿਟੀ ਕਰਦੇ ਆ, ਇਹਨਾਂ ਲੋਕਾਂ ਦੀ ਬਹੁਤ ਜ਼ਬਰਦਸਤ ਜਿਹੜੀ ਸਖਤ ਸਜ਼ਾ ਹੋਣੀ ਚਾਹੀਦੀ ਆ, ਕਿਉਂਕਿ ਧਰਮ ਨਾਲ ਖਿਲਵਾੜ ਕਰਨਾ ਸਭ ਤੋਂ ਮਾੜੀ ਗੱਲ ਆ। ਉਹ ਫਿਲਮਾਂ ਬਣਾਉਣ ਸਮਾਜ ਦੇ ਲਈ ਕਰਨ ਜਾਂ ਕੁਝ ਵੀ ਕਰਨ ਜਾਂ ਕਾਰੋਬਾਰ ਲਈ ਕਰਨ, ਪਰ ਜਦੋਂ ਉਹ ਧਰਮ ਦਾ ਖਿਲਵਾੜ ਕਰਦੇ, ਮੈਂ ਦੇਖਿਆ ਕਿ ਕਦੇ ਮੁਸਲਮਾਨਾਂ ਦੇ ਖਿਲਾਫ ਜਾਂ ਕਦੇ ਹਿੰਦੂ ਮਤ ਦੇ ਖਿਲਾਫ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਵਿਵਾਦ ਪੈਦਾ ਕੀਤੇ ਜਾਂਦੇ ਨੇ,
ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਸਿਰ ਜੋੜ ਕੇ ਬੈਠ ਕੇ ਬੜਾ ਸਖਤ ਫੈਸਲਾ ਲੈਣਾ ਪਏਗਾ, ਠੀਕ ਹੈ, ਕਿਉਂਕਿ ਇਹ ਲੋਕ ਤੁਹਾਡੇ ਇਸ ਧਰਮ ਦਾ ਬਿਲਕੁਲ ਨਹੀਂ, ਉਹ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ। ਦਰਅਸਲ ਮੇਰਾ ਸਵਾਲ ਵੀ ਇਸ ਕਰਕੇ ਸੀ, ਜੋ ਮੈਂ ਸੜਕ ਵਾਲਾ ਸਵਾਲ ਪੁੱਛਿਆ ਸੀ ਗਰੇਵਾਲ ਸਾਹਿਬ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੋਈ ਸ਼ੰਕੇ ਨਾ, ਬੇਸਿਕਲੀ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਫਿਰ ਜਿਹੜੇ ਸਿੱਖੀ ਦੇ ਨਾਲ ਜੁੜੇ ਆਸਥਾ ਰੱਖਣ ਵਾਲੇ ਲੋਕ ਨੇ, ਉਹ ਪਹਿਲੀ ਨਜ਼ਰ 'ਚ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਪਿੱਛੇ ਨਿਸ਼ਾਨ ਸਾਹਿਬ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ। ਦਰਅਸਲ ਜਿਹੜੇ ਲੋਕਾਂ ਨੂੰ ਇਹ ਲੱਗ ਰਿਹਾ ਹੋਵੇ ਕਿ ਨਹੀਂ ਜੀ ਬਾਹਰ ਤਾਂ ਸੜਕ ਹੈ, ਉੱਥੇ ਕੀ ਦਿੱਕਤ ਹੈ, ਤਾਂ ਉਹਨਾਂ ਤੱਕ ਵੀ ਗੱਲ ਪਹੁੰਚੇ, ਇਸ ਕਰਕੇ ਇਹ ਸਵਾਲ ਜ਼ਰੂਰੀ ਸੀ। ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਮੈਂ ਇੱਕ ਵਾਰ ਦਾਦੂਵਾਲ ਸਾਹਿਬ ਦਾ ਰੁਖ ਕਰਨਾ ਹੈ। ਦਾਦੂਵਾਲ ਸਾਹਿਬ, ਆਪਾਂ ਸਜ਼ਾ ਦਾ ਜ਼ਿਕਰ ਕਰ ਰਹੇ ਹਾਂ। ਦੇਖੋ, ਸਿੱਖ ਪੰਥ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਜਾਂ ਗੱਲ ਕਰਦੇ ਹਾਂ ਤਾਂ ਮਾਫੀ ਦੇ ਲਈ ਵੀ ਜਾਣਿਆ ਜਾਂਦਾ ਹੈ ਕਿ ਮਾਫੀ ਡਾਇਰੈਕਟਰ ਦੀ ਟਵੀਟ ਦੇ ਜ਼ਰੀਏ, ਨਿਊਜ਼ 18 ਦੇ ਉੱਤੇ ਗੱਲਬਾਤ ਦੇ ਜ਼ਰੀਏ ਕਾਫੀ ਨਹੀਂ ਲੱਗਦੀ ਤੁਹਾਨੂੰ? ਜੇ ਨਹੀਂ ਲੱਗਦੀ ਤਾਂ ਫਿਰ ਸਜ਼ਾ ਕੀ? ਦੇਖੋ, ਕੰਟਰੋਵਰਸੀ ਕ੍ਰੀਏਟ ਹੋ ਗਈ, ਫਿਲਮ ਖੂਬ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ। ਹੁਣ ਫਿਲਮ ਦੇ ਪ੍ਰਮੋਸ਼ਨ ਵਾਲਾ ਜਿਹੜਾ ਤੁਸੀਂ ਕਿਹਾ ਕਿ ਕਰੋੜਾਂ ਰੁਪਇਆ ਬਚ ਗਿਆ, ਉਹ ਵੀ ਹੋ ਚੁੱਕਿਆ ਹੈ। ਹੁਣ ਸਜ਼ਾ ਵਾਲੀ ਗੱਲ ਤਾਂ ਕਰਿਆ ਕੀ ਜਾਵੇ? ਦੇਖੋ ਗੌਰਵ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਕਿ ਮੁਆਫੀ ਟੀਵੀ ਤੇ ਮੰਗ ਲਈ ਕੰਟਰੋਵਰਸੀ ਕ੍ਰੀਏਟ ਕਰਕੇ ਕਰੋੜਾਂ ਰੁਪਈਆ ਦਾ ਆਪਣਾ ਕੰਮ ਜਿਹੜਾ ਸੀਗਾ ਉਹ ਨਿਪਟਾ ਲਿਆ ਉਹਨਾਂ ਨੇ ਪ੍ਰਮੋਸ਼ਨ ਦਾ, ਤੇ ਹੁਣ ਕੇਵਲ ਦੋ ਸ਼ਬਦ ਮਾਫੀ ਦੇ ਕਹਿ ਕੇ ਇੱਥੇ ਉਸ ਤੇ ਘਟਾ ਪਾਉਣਾ ਚਾਹੁੰਦੇ, ਨਹੀਂ ਹੋ ਸਕਦਾ। ਇਹ ਸ਼੍ਰੀ ਅਕਾਲ ਤਖਤ ਸਾਹਿਬ ਤੈਅ ਕਰੇ, ਮਾਫੀ ਨਾ ਤਾਂ ਮੈਂ ਦੇਣੀ ਆ ਨਾ ਤੁਸੀਂ ਦੇਣੀ ਆ। ਬਿਲਕੁਲ, ਮਾਫੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਸਜ਼ਾ ਲਾ ਕੇ ਦਿੱਤੀ ਜਾਣੀ ਚਾਹੀਦੀ ਹੈ, ਸਜ਼ਾ ਦੇਣੀ ਚਾਹੀਦੀ ਹੈ ਇਹਨਾਂ ਨੂੰ। ਜਿਸ ਤਰ੍ਹਾਂ ਗੁਰਸਿੱਖ ਕੋਈ ਗਲਤੀ ਕਰੇ ਉਹਨੂੰ ਤਾਂ ਤਨਖਾਹ ਲੱਗਦੀ ਹੈ, ਪਰ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਔਰ ਸਜ਼ਾ ਲਾ ਕੇ ਹੀ, ਕਿਉਂਕਿ ਅਗਾਂਹ ਨੂੰ ਫਿਰ ਵੀ ਕੋਈ ਕੱਲ ਨੂੰ ਕਰੇਗਾ ਤੇ ਬਾਅਦ ਚ ਮਾਫੀ ਮੰਗ ਲੇਗਾ। ਮੈਂ ਸਜ਼ਾ ਵਾਲੀ ਪੁਆਇੰਟ ਦੇ ਉੱਤੇ ਨਾ ਦਾਦੂਵਾਲ ਸਾਹਿਬ, ਸਜ਼ਾ ਕੀ? ਗੌਰਵ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹਦੇ ਚ ਜੀ, ਇਹਦੇ ਵਾਸਤੇ ਨਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸੈਂਸਰ ਬੋਰਡ ਬਣਿਆ ਸੀਗਾ, ਪਤਾ ਨਹੀਂ ਹੁਣ ਉਹ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਜੀ। ਇਸੇ ਤਰ੍ਹਾਂ ਮੈਂ ਸਮਝਦਾ ਚਾਹੇ 5 ਮੈਂਬਰੀ ਚਾਹੇ 2 ਮੈਂਬਰੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਿੱਖ ਸੈਂਸਰ ਬੋਰਡ ਬਣਨਾ ਚਾਹੀਦਾ। ਕੋਈ ਵੀ ਸਿੱਖਾਂ ਦਾ ਇਤਿਹਾਸ, ਕੇਵਲ ਇਹ ਨਹੀਂ ਕਿ ਗੁਰਦੁਆਰਾ ਸਾਹਿਬ ਦਾ ਸੀਨ, ਕੋਈ ਸਿੱਖ ਇਤਿਹਾਸ ਨਾਲ ਰਿਲੇਟਡ ਗੱਲ ਹੋਵੇ, ਚਾਹੇ ਉਹ ਹਾਲੀਵੁੱਡ ਹੋਵੇ, ਬਾਲੀਵੁੱਡ ਹੋਵੇ, ਕਾਲੀਵੁੱਡ ਹੋਵੇ ਜਾਂ ਲਾਲੀਵੁੱਡ ਹੋਵੇ, ਉਹਦੇ ਕੋਈ ਵੀ ਕਿਸੇ ਨੇ ਸੀਨ ਫਿਲਮਾਉਣਾ ਜਾਂ ਕੋਈ ਇਤਿਹਾਸ ਦਾ ਵਿੱਚ ਜ਼ਿਕਰ ਕਰਨਾ, ਤੇ ਉਹ ਪਹਿਲਾਂ ਉਹ ਸਿੱਖ ਸੈਂਸਰ ਬੋਰਡ ਦੇ ਕੋਲੋਂ ਪ੍ਰਮਾਣਿਤ ਕਰਾਵੇ, ਫਿਰ ਉਹਦੀ ਜਿਹੜੀ ਆ ਉਹ ਫਿਲਮਾਂਕਣ ਹੋਵੇ। ਮੈਂ ਸਮਝਦਾ ਕਿ ਇਸ ਗੱਲ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਸਫਲ ਨਹੀਂ ਹੋਏ, ਅਸਫਲ ਹੋਏ ਆ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਸਿੱਖ ਸੈਂਸਰ ਬੋਰਡ ਨਹੀਂ ਬਣਾ ਸਕੇ। ਤੇ ਤਾਂ ਸਮੇਂ-ਸਮੇਂ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ ਰਹੀਆਂ। ਜਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ 2 ਦਿਨ ਬੱਤੀਆਂ 'ਚ ਰਹਿੰਦੀ ਆ, ਬਾਅਦ 'ਚ ਗੱਲ ਖਤਮ ਹੋ ਜਾਂਦੀ ਹੈ। ਹੁਣ ਸਜ਼ਾ ਹੋਵੇਗੀ, ਤੁਸੀਂ ਜਿਹੜਾ ਸਵਾਲ ਕੀਤਾ, ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਤੈਅ ਕਰਨਾ ਜਾਂ ਸ਼੍ਰੋਮਣੀ ਗੁਰਦੁਆਰਾ ਮੇਰਾ ਸਵਾਲ ਇਹ ਵੀ ਸੀ ਕਿ ਕੇਂਦਰੀ ਕਮੇਟੀ ਆ, ਉਹਨਾਂ ਨੇ ਤੈਅ ਕਰਨੀ ਆ। ਮੈਂ ਦਾਦੂਵਾਲ ਸਾਹਿਬ ਸਵਾਲ ਇਹ ਪੁੱਛ ਰਿਹਾ ਕਿ ਜਿਹੜੀ ਸਜ਼ਾ ਏ ਇਹ ਸਿੱਖ ਰਵਾਇਤਾਂ ਦੇ ਮੁਤਾਬਿਕ ਹੋਵੇ ਜਾਂ ਫਿਰ ਕਾਨੂੰਨ ਦੇ ਮੁਤਾਬਿਕ, ਕਿ ਕੋਈ ਕੰਪਲੇਂਟ ਕਰ ਦਿੱਤੀ ਜਾਵੇ ਪੁਲਿਸ ਦੇ ਵਿੱਚ, ਕੋਈ ਪਰਚਾ ਦਰਜ ਕਰਵਾ ਦਿੱਤਾ ਜਾਵੇ, ਇਸ ਤਰੀਕੇ ਨਾਲ ਕੋਈ ਐਕਸ਼ਨ ਹੋਣਾ ਚਾਹੀਦਾ? ਦੋਲੀਆਂ ਗੱਲਾਂ ਹੋ ਸਕਦੀਆਂ ਨੇ। ਦੇਖੋ, ਜਿਹੜੀ ਸਿੱਖ ਰਹਿਤ ਮਰਿਆਦਾ ਦੀ ਜਿਹੜੀ ਆ ਸਜ਼ਾ, ਉਹ ਤਾਂ ਸਿੱਖਾਂ ਦੇ ਉੱਪਰ ਹੀ ਲਾਗੂ ਹੁੰਦੀ ਹੈ, ਪਰ ਇਹਨਾਂ ਤੇ ਸਖਤੀ ਕਰਨ ਵਾਸਤੇ ਕੋਈ ਵੀ ਸਜ਼ਾ ਸਾਡੀ ਕੇਂਦਰੀ ਕਮੇਟੀ ਲਗਾ ਸਕਦੀ ਹੈ। ਜਿਹੜੀ ਕਾਨੂੰਨੀ ਆ ਸਿੱਖ ਭਾਵਨਾਵਾਂ ਭੜਕਾਉਣ ਦੀ ਗੱਲ ਆ, 295 ਦੀ ਵੀ ਉੱਤੇ ਕਾਰਵਾਈ ਹੋ ਸਕਦੀ ਹੈ, ਉਹ ਵੀ ਸ਼੍ਰੋਮਣੀ ਕਮੇਟੀ ਦਿਸ਼ਾ ਨਿਰਦੇਸ਼ ਕਰ ਸਕਦੀ ਹੈ, ਜਾਂ ਅਕਾਲ ਤਖਤ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਹੋ ਸਕਦੇ ਆ ਕਿ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ। ਇਹ ਜਿਹੜਾ ਨਾ ਕਹਿੰਦੇ ਅਸੀਂ ਸਹੇ ਨੂੰ ਨਹੀਂ, ਅਸੀਂ ਪਏ ਨੂੰ ਰੋਨੇ ਆ, ਅਸੀਂ ਸਹੇ ਨੂੰ ਨਹੀਂ ਪਹੇ ਨੂੰ ਰੋਨੇ ਆ ਕਿ ਇਹ ਜਿਹੜੀਆਂ ਗਲਤੀਆਂ ਬਾਰ-ਬਾਰ ਹੁੰਦੀਆਂ, ਇਹਨਾਂ ਨੂੰ ਨੱਥ ਪੈ ਸਕਦੀ ਆ, ਇਹਨਾਂ ਦੇ ਉੱਤੇ ਕਾਰਵਾਈ ਹੋਊਗੀ, ਸਜ਼ਾ ਹੋਊਗੀ ਤਾਂ ਫੇਰ ਹੀ ਇਹ ਰੁਕ ਸਕਦੀਆਂ। ਜੇਕਰ ਸਜ਼ਾ ਨਹੀਂ ਹੋਵੇਗੀ ਤਾਂ ਫਿਰ ਹਰੇਕ ਨੂੰ ਇਹ ਹੋਏਗਾ ਕਿ ਕੋਈ ਨਹੀਂ, ਆਪਣੀ ਮਸ਼ਹੂਰੀ ਕਰਾ ਲਓ, ਪ੍ਰੋਬਲਮ ਆਪਣਾ ਕੰਟਰੋਵਰਸੀ ਕ੍ਰੀਏਟ ਕਰਕੇ ਮੁੜ ਕੇ 2 ਸ਼ਬਦ ਮਾਫੀ ਦੇ ਹੀ ਆ ਕਹਿ ਦਿਆਂਗੇ। ਟਾਈਮ ਵੀ ਨਹੀਂ ਲਗਾਉਂਦੇ, ਨਾਲ ਦੀ ਨਾਲ ਮਾਫੀ ਮੰਗ ਲੈਂਦੇ, ਸਮਾਂ ਨਹੀਂ ਲਗਾਇਆ, ਨਾਲ ਦੀ ਨਾਲ ਟਵੀਟ ਕਰਦਾ। ਉਹ ਤਾਂ ਇਹ ਆ ਨਾ ਕਿ ਉਹਨਾਂ ਨੂੰ ਵੇਖਿਆ ਵੀ ਹੁਣ ਕੰਮ ਤਾਂ ਹੋ ਗਿਆ, ਕੰਟਰੋਵਰਸੀ ਹੋ ਗਈ, ਪ੍ਰਮੋਸ਼ਨ ਹੋ ਗਈ, ਕਰੋੜਾਂ ਰੁਪਈਆ ਦਾ ਕੰਮ ਫ੍ਰੀ ਚ ਹੋ ਗਿਆ, ਤਾਂ ਕਰਕੇ ਉਹਨਾਂ ਨੇ ਜਿਹੜਾ ਹੈਗਾ ਹੁਣ ਉਹਨਾਂ ਨੇ ਕੀਤਾ। ਮੈਂ ਸੈਂਸਰ ਬੋਰਡ ਵਾਲਾ ਸਵਾਲ ਗਰੇਵਾਲ ਸਾਹਿਬ ਕੋਲ ਲੈ ਕੇ ਜਾਊਂਗਾ, ਪਰ ਉਸ ਤੋਂ ਪਹਿਲਾਂ ਬੁੱਟਰ ਜੀ ਇੱਕ ਪੁਆਇੰਟ ਮੈਂ ਨੈਕਸਟ ਲੈਵਲ ਤੇ ਵੀ ਲੈ ਕੇ ਜਾਵਾਂ। ਦਰਅਸਲ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ SGPC ਜਾਂ ਹੋਰ ਜਿਵੇਂ HAGMC ਜਾਂ ਦਿੱਲੀ ਕਮੇਟੀ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਹੈ, ਤਾਂ ਉੱਥੇ ਬਹੁਤ ਵੱਖਰੇ ਤਰੀਕੇ ਦੀ ਘਟਨਾਕ੍ਰਮ ਵਾਪਰੇ ਨੇ। ਮੈਂ ਮੋਰਿੰਡੇ ਵਾਲਾ ਜ਼ਿਕਰ ਕਰਾਂ, ਉੱਥੇ ਬੇਅਦਬੀ ਦੀ ਘਟਨਾ ਵਾਪਰਦੀ ਹੈ, ਉਹ ਵੀ SGPC ਦੇ ਅੰਡਰ ਨਹੀਂ ਸੀ। ਇੱਥੇ ਜੇ ਪੰਚਕੂਲਾ ਦੇ ਵਿੱਚ ਇਹ ਸਭ ਕੁਝ ਹੋਇਆ ਤਾਂ ਇੱਥੇ ਵੀ SGPC ਜਾਂ HAGMC ਨਹੀਂ ਹੈ।
ਹੁਣ ਗੱਲ ਇਹ ਵੀ ਹੈ ਜੋ ਗਰੇਵਾਲ ਜੀ ਨੇ ਕਿਹਾ ਕਿ ਜਦੋਂ ਤੁਸੀਂ ਐਸਜੀਪੀਸੀ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸ਼ੂਟਿੰਗ ਦੀ ਇਜਾਜ਼ਤ ਲੈਣੀ ਹੈ ਤਾਂ ਬਹੁਤ ਲੰਬਾ ਪ੍ਰੋਸੈਸ ਹੈ, ਤਾਂ ਫਿਰ ਕਿਤੇ ਨਾ ਕਿਤੇ ਡਾਇਰੈਕਟਰ ਲੱਭਦਾ ਹੈ ਗੁਰੂ ਘਰ ਅਜਿਹਾ ਜਿੱਥੇ ਇੱਕ ਪ੍ਰਬੰਧਕੀ ਬੋਰਡ ਹੋਵੇ, ਬਸ ਉੱਥੇ ਹੀ 2 ਲੋਕਾਂ ਦੇ ਨਾਲ ਗੱਲਬਾਤ ਕਰਕੇ ਫਟਾਫਟ ਪਰਮਿਸ਼ਨ ਮਿਲ ਜਾਵੇ। ਤਾਂ ਮਤਲਬ ਇਹ ਹੈ ਕਿ ਵਾਕਈ ਹੀ ਕੋਈ ਅਜਿਹਾ ਪੈਮਾਨਾ ਸੈੱਟ ਕਰਨ ਦੀ ਜ਼ਰੂਰਤ ਅੱਜ ਨਜ਼ਰ ਆ ਰਹੀ ਹੈ ਕਿ ਘੱਟੋ ਘੱਟ ਸਾਰਿਆਂ ਦੀ ਜਵਾਬਦੇਹੀ ਤੈਅ ਹੋਵੇ ਨਾ, ਕਿ 4-5 ਲੋਕਾਂ ਨੇ ਟਰਸਟ ਬਣਾ ਲਿਆ ਜਾਂ ਫਿਰ ਉਹ ਗੁਰਦੁਆਰੇ ਦੀ ਪ੍ਰਬੰਧਕੀ ਸੰਭਾਲ ਰਹੇ ਨੇ ਤੇ ਫਿਰ ਆਪਣੇ ਹਿਸਾਬ ਦੇ ਨਾਲ ਉੱਥੇ ਸਭ ਕੁਝ ਡਿਸੀਜਨ ਲੈ ਰਹੇ ਨੇ। ਦੇਖੋ ਸ਼ੁਕਲਾ ਜੀ, ਜਿੱਥੋਂ ਤੱਕ ਕਾਇਦੇ ਨਿਯਮ ਬਣਾਉਣ ਦੀ ਗੱਲ ਆ, ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ, ਸਮੇਂ-ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਦਿਆਂ ਇਸ ਸਬੰਧ ਦੇ ਵਿੱਚ ਕਾਇਦੇ ਨਿਯਮ ਬਣਾਉਂਦੀ ਰਹੀ ਆ ਜੀ। 2007-8 ਦੀ ਗੱਲ ਹੈ ਕਿ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਆਮ ਹੀ ਫਿਲਮਾਂ ਦੀਆਂ ਸ਼ੂਟਿੰਗਾਂ ਹੋ ਜਾਂਦੀਆਂ ਸਨ ਤੇ ਇੱਕ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਕਾਫੀ ਇਤਰਾਜ਼ ਹੋਇਆ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਕੇ ਤੌਰ ਤੇ ਇਹ ਨਿਯਮ ਬਣਾਤਾ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸਿਰਫ ਡਾਕੂਮੈਂਟਰੀ ਫਿਲਮ ਦੇ ਸਬੰਧ ਦੇ ਵਿੱਚ ਤੁਸੀਂ ਸ਼ੂਟਿੰਗ ਕਰ ਸਕਦੇ ਹੋ ਜਿਹੜੀ ਧਰਮ ਦੇ ਪ੍ਰਚਾਰ ਪ੍ਰਸਾਰ ਤੇ ਜਿਹੜੀ ਸਰਬੱਤ ਦੇ ਭਲੇ ਦੇ ਮਕਸਦ ਲਈ ਹੋਵੇ। ਤੁਸੀਂ ਕਿਸੇ ਕਮਰਸ਼ੀਅਲ ਜਾਂ ਕਿਸੇ ਫੀਚਰ ਫਿਲਮ ਦਾ ਕੋਈ ਨਾਟਕੀ ਸੀਨ ਨਹੀਂ ਉੱਥੇ ਫਿਲਮਾ ਸਕਦੇ, ਕਿਉਂਕਿ ਉਹ ਗੁਰੂ ਦਾ ਦਰ ਆ। ਉੱਥੇ ਅਸੀਂ ਸਾਡਾ ਵਿਸ਼ਵਾਸ ਹੈ ਕਿ ਉੱਥੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹਾਜ਼ਰ ਨਾਜ਼ਰ ਆ ਉੱਥੇ ਜਿਹੜਾ ਉਸ ਆਭਾ ਮੰਡਲ ਦੇ ਵਿੱਚ ਵਿਚਰਦਾ, ਤਾਂ ਉਸ ਦੀ ਹਜ਼ੂਰੀ ਦੇ ਵਿੱਚ ਉਸ ਦੀ ਹਦੂਦ ਦੇ ਅੰਦਰ ਜਿਹੜੇ ਦੁਨਿਆਵੀ ਨਾਟਕ ਚੇਟਕ ਨੇ ਉਹ ਕਿਸੇ ਵੀ ਤਰ੍ਹਾਂ ਜਿਹੜੇ ਆ ਉਹ ਸ਼ੋਭਨੀਕ ਨਹੀਂ ਨੇ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਜਿਵੇਂ ਗਰੇਵਾਲ ਸਾਹਿਬ ਨੇ ਜ਼ਿਕਰ ਕੀਤਾ ਕਿ ਬੜੇ ਸਖਤ ਨਿਯਮ ਨੇ। ਸਭ ਤੋਂ ਪਹਿਲਾਂ ਤੁਸੀਂ ਉਹਦੀ ਸਕ੍ਰਿਪਟ ਦਿੰਦੇ ਹੋ, ਫਿਰ ਉਸ ਦੇ ਬਾਰੇ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ ਸਕੱਤਰ ਜਿਹੜਾ ਉਹ ਸਿੱਖ ਇਤਿਹਾਸ ਰਿਸਰਚ ਬੋਰਡ ਕੋਲ ਭੇਜਦਾ, ਉਹ ਸਕ੍ਰਿਪਟ ਨੂੰ ਪੜ੍ਹਦੇ ਆ, ਵੇਖਦੇ ਆ ਕਿ ਉਹ ਸੀਨ ਦੀ ਮਨਸ਼ਾ ਕੀ ਆ, ਉਹ ਜੇ ਤੇ ਡਾਕੂਮੈਂਟਰੀ ਆ ਫਿਰ ਉਹਦੀਆਂ ਕੁਝ ਸ਼ਰਤਾਂ ਤੇ ਕੁਝ ਜਿਹੜੇ ਉਹਦੇ ਬੰਦਿਸ਼ਾਂ ਨੂੰ ਲਾਗੂ ਕਰਕੇ ਉਹਨੂੰ ਫਿਲਮਾਉਣ ਦਿੱਤਾ ਜਾਂਦਾ ਤੇ ਨਹੀਂ ਤਾਂ ਫਿਰ ਇਹੋ ਜੀ ਕੋਈ ਆਗਿਆ ਨਹੀਂ ਦਿੱਤੀ ਜਾਂਦੀ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਆਮ ਤੌਰ ਤੇ ਫਿਲਮਾਂ ਦੇ ਡਾਇਰੈਕਟਰ ਜਿਹੜੇ ਫਿਲਮ ਦੇ ਨਿਰਮਾਤਾ ਉਹ ਵੇਖ ਲੈਂਦੇ ਆ ਕਿ ਸ਼੍ਰੋਮਣੀ ਕਮੇਟੀ ਤੇ ਬੜੀਆਂ ਵੱਡੀਆਂ ਫਿਲਮਾਂ ਜਿਹੜੀਆਂ ਉਹ ਬੜੀ ਤਰ੍ਹਾਂ ਦੇ ਉਹ ਦਬਾਅ ਵੀ ਪਾਉਣ ਦੀ ਕੋਸ਼ਿਸ਼ ਕਰਦੇ, ਪੈਸੇ ਨਾਲ, ਰੁਤਬੇ ਨਾਲ, ਸਿਆਸਤ ਨਾਲ। ਪਰ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਬੜਾ ਠੀਕ ਆ, ਕਈ ਪੱਧਰ ਤੇ ਕਮੀਆਂ ਵੀ ਹੈਗੀਆਂ, ਪਰ ਇੱਕ ਬੜਾ ਸਿਸਟਮ ਆ ਉਹਦੇ ਸਿਸਟਮ ਦੇ ਵਿੱਚ ਇਹੋ ਜਿਹੇ ਦਬਾਅ ਜਿਹੜੇ ਆ ਉਹ ਬਹੁਤੀ ਵਾਰ ਪ੍ਰਭਾਵਸ਼ਾਲੀ ਨਹੀਂ ਹੁੰਦੇ। ਸੋ ਡਾਇਰੈਕਟਰ ਕੀ ਕਰਦੇ ਆ ਕਿ ਛੋਟਾ ਮੋਟਾ ਕੋਈ ਪਿੰਡ ਦਾ ਗੁਰਦੁਆਰਾ ਲੱਭ ਲੈਂਦੇ ਆ ਤੇ ਉੱਥੇ ਜਾ ਕੇ ਇਹੋ ਜਿਹਾ ਕੰਮ ਕਰ ਲੈਂਦੇ ਆ। ਉਹਦਾ ਕਾਰਨ ਕੀ ਆ ਕਿ ਜਿਹੜੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਆਮ ਤੌਰ ਤੇ ਪ੍ਰਾਈਵੇਟ ਰਾਗੀ ਗ੍ਰੰਥੀ ਸਿੰਘ ਜਿਹੜੇ ਆ, ਮਾਫ ਕਰਨਾ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੇ, ਪਰ ਬਹੁ ਗਿਣਤੀ ਉਹ ਸਿਰਫ ਰੋਟੀ ਖਾਤਰ ਜਿਹੜੇ ਆ ਇਸ ਖੇਤਰ 'ਚ ਆਉਂਦੇ, ਉਹਨਾਂ ਦੀ ਭਾਵਨਾਤਮਕ ਤੌਰ ਤੇ ਇੱਧਰ ਕੋਈ ਲਗਾਵ ਨਹੀਂ ਹੁੰਦਾ। ਅਕਾਲ ਤਖਤ ਸਾਹਿਬ ਤੋਂ ਬਹੁਤ ਵਾਰੀ ਹੁਕਮਨਾਮਾ ਹੋਇਆ ਕਿ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਜਿਹੜੇ ਮੈਂਬਰ ਆ ਉਹ ਅੰਮ੍ਰਿਤਧਾਰੀ ਹੋਣ। ਤੁਸੀਂ ਸਕਰੀਨ ਤੇ ਦਿਖਾਇਆ ਜਿਹੜੀ ਉਹ ਕਮੇਟੀ ਨਾਲ ਸੰਬੰਧਿਤ ਜਿਹੜੇ ਉਹ ਇੱਕ ਨੁਮਾਇੰਦੇ ਆ ਉਹ ਬੋਲ ਰਹੇ ਆ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਅੰਮ੍ਰਿਤ ਛਕਿਆ ਹੋਵੇ। ਦਾੜੀ ਤੇ ਉਹਨਾਂ ਨੇ ਰੰਗੀ ਹੋਈ ਆ ਕਿ ਜਿਹੜੀ ਕਿ ਤਨਖਾਹੀਆ ਸਿੱਖ ਮੰਨਿਆ ਜਾਂਦਾ ਦਾੜੀ ਰੰਗਣ ਵਾਲਾ। ਸੋ ਇਸ ਤਰੀਕੇ ਦੇ ਨਾਲ ਜਿਹਨਾਂ ਨੂੰ ਆਪ ਹੀ ਗੁਰਮਤਿ ਦੀ ਸੋਝੀ ਨਹੀਂ, ਉਹ ਆਮ ਤੌਰ ਤੇ ਸਟਾਰਡਮ ਤੋਂ ਪ੍ਰਭਾਵਿਤ ਹੋ ਜਾਂਦੇ। ਤੁਸੀਂ ਪਿਛਲੇ ਦਿਨ ਵੇਖੋ ਰਾਘਵ ਚੱਡਾ ਦੀ ਮੰਗਣੀ ਦੇ ਉੱਤੇ ਸਾਡਾ ਇੱਕ ਬੜਾ ਪੰਥ ਪ੍ਰਸਿੱਧ ਰਾਗੀ ਜਥਾ ਉਹ ਹੁੱਬ ਕੇ ਉਹ ਜਿਹੜੀਆਂ ਦੁਨਿਆਵੀ ਜਿਹੜੇ ਸਟਾਰ ਨੇ ਜਿਹੜੇ ਅਭਿਨੇਤਰੀਆਂ ਉਹਨਾਂ ਦੇ ਨਾਲ ਫੋਟੋਆਂ ਖਿਚਾ ਰਹੇ। ਧਾਰਮਿਕ ਲੋਕਾਂ ਦਾ ਜੀਵਨ ਬੜਾ ਸੰਜਮ ਵਾਲਾ, ਉਹਨਾਂ ਨੇ ਵੀ ਮੰਗ ਲਈ। ਚਲੋ ਮੇਰੇ ਕੋਲ ਸਮਾਂ ਬਹੁਤ ਬੁਰਾ ਜੀਵਨ ਹੋਣਾ ਚਾਹੀਦਾ, ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ। ਮੇਨ ਸਮੱਸਿਆ ਇਹੀ ਆ ਕਿ ਸਾਡੇ ਪ੍ਰਾਈਵੇਟ ਗੁਰਦੁਆਰਿਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਵੀ ਅਕਾਲ ਤਖਤ ਅੱਗੇ ਜਵਾਬਦੇ ਨੇ। ਇੱਥੇ ਕਾਰਵਾਈ ਕਰਨੀ ਬਣਦੀ ਹੈ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਨਹੀਂ, ਕਿਉਂਕਿ ਸ਼੍ਰੋਮਣੀ ਕਮੇਟੀ ਤੇ ਆਪਣੇ ਗੁਰਦੁਆਰਿਆਂ ਦੇ ਲਈ ਜਵਾਬਦੇ ਆ। ਅਕਾਲ ਤਖਤ ਸਾਹਿਬ ਤੇ ਇਸ ਸੰਬੰਧੀ ਜਿਹੜੀ ਆ ਯੋਗ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ, ਚਲੋ ਆਪਾਂ ਕਨਕਲੂਜਨ ਵਾਲੇ ਪਾਸੇ ਅੱਗੇ ਵਧੀਏ, ਕਨਕਲੂਡ ਕਰੀਏ ਇਸ ਪੂਰੀ ਚਰਚਾ ਨੂੰ। ਗਰੇਵਾਲ ਸਾਹਿਬ, ਸੈਂਸਰ ਬੋਰਡ ਦਾ ਜ਼ਿਕਰ ਹੋਇਆ, ਇਸ ਵਿਚਾਲੇ ਸਵਾਲ ਸੰਗਤ ਦੇ ਮਨ ਦੇ ਵਿੱਚ ਵੀ ਇਹੀ ਹੋਏਗਾ ਜਿਹੜੇ ਇਸ ਸਮੇਂ ਤੁਹਾਨੂੰ ਸੁਣ ਰਹੇ ਨੇ ਕਿ ਠੀਕ ਹੈ ਸਭ ਕੁਝ ਹੋ ਰਿਹਾ ਹੈ, ਪਰ ਇਹ ਬ੍ਰੇਕ ਲੱਗੇ ਕਿਵੇਂ ਇਸ ਦੇ ਉੱਤੇ, ਕਿ ਮਰਿਆਦਾ ਕਿਵੇਂ ਸਮਝਾਈ ਜਾ ਸਕੇ ਜਿਹੜੇ ਸ਼ੂਟਿੰਗ ਕਰਨਾ ਚਾਹੁੰਦੇ ਨੇ ਜਦੋਂ ਸਿੱਖ ਭਾਈਚਾਰੇ ਦੇ ਨਾਲ ਜੁੜੀ ਕੋਈ ਫਿਲਮ ਬਣਾਉਂਦੇ ਨੇ। ਔਰ ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਵੀ ਨੇ, ਤੁਸੀਂ ਸਹਿਮਤ ਹੋਵੋਗੇ ਇਸ ਗੱਲ ਦੇ ਨਾਲ, ਕਿ ਜਦੋਂ ਉਸ ਦੇ ਵਿੱਚ ਕੋਈ ਪੰਜਾਬੀ ਕਰੈਕਟਰ ਦਿਖਾਇਆ ਜਾਂਦਾ ਹੈ ਫਿਲਮ ਦੇ ਵਿੱਚ ਤਾਂ ਬੜਾ ਹੀ ਹਾਸੋਹੀਣਾ ਹੁੰਦਾ ਕਿ ਉਹਨੂੰ ਦੇਖ ਕੇ ਸਾਰੇ ਥੀਏਟਰ 'ਚ ਬੈਠ ਕੇ ਹੱਸਦੇ ਰਹਿੰਦੇ ਨੇ। ਉਸ ਦੇ ਉੱਤੇ ਵੀ ਲਗਾਮ ਲੱਗੇ, ਕੋਈ ਅਜਿਹੀ ਕੋਈ ਨਾ ਕੋਈ ਤਰਕੀਬ ਜਾਂ ਕਮੇਟੀ ਬਣਾਈ ਜਾਵੇ। ਦੇਖੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਨਾਲੋਂ ਚੇਤਨਾ ਵਧੀ ਆ। ਪਹਿਲਾਂ ਜਿਹੜਾ ਸਿੱਖ ਕਰੈਕਟਰ ਹੁੰਦਾ ਸੀ ਉਹਨੂੰ ਦਿਖਾਇਆ ਜਾਂਦਾ ਸੀਗਾ ਕਿ ਉਹ ਸਿਰਫ ਮਜ਼ਾਕੀਆ ਵਾ,
ਤੇ ਹੁਣ ਜਿਹੜਾ ਅੱਗੇ 12 ਵਜੇ ਦੀ ਇੱਕ ਸ਼ਬਦ ਵਰਤਦੇ ਹੁੰਦੇ ਕਹਿੰਦੇ ਸਿੱਖਾਂ ਦੇ 12 ਵੱਜ ਗਏ ਆ, ਪਰ ਹੁਣ ਜਦੋਂ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦੀ ਅਸਲ ਜਾਣਕਾਰੀ ਦਿੱਤੀ ਗਈ ਕਿ 12 ਕਦੋਂ ਵੱਜਦੇ ਸੀ ਤੇ ਸਿੰਘਾਂ ਨੇ 12 ਕਦੋਂ ਵਜਾਉਂਦੇ ਸੀ। ਜਦੋਂ ਉਹ 12 ਵਜਾਉਂਦੇ ਸੀ ਤਾਂ ਇਸ ਦੇਸ਼ ਦੀ ਇੱਜ਼ਤ ਆਬਰੂ ਨੂੰ ਬਗਾਨਿਆਂ ਤੋਂ ਛਡਾ ਕੇ ਉਹਨਾਂ ਦੇ ਘਰੇ ਪਹੁੰਚਾਉਂਦੇ ਸੀ। ਇਹ 12 ਵਜੇ ਦਾ ਸ਼ਬਦ ਸੀ ਇਹ, ਕਿਉਂਕਿ ਪਹਿਲਾਂ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਸਿੱਖ ਜਿਹੜਾ ਸਮੁਦਾਇ ਸੀਗਾ ਇਹ ਉਹਨਾਂ ਜ਼ਿਆਦਾ ਮਜ਼ਬੂਤ ਨਹੀਂ ਸੀਗਾ। ਤੇ ਹੁਣ ਜਿਹੜੀ ਗੱਲ ਤੁਸੀਂ ਕਹੀ ਆ ਸੈਂਸਰ ਬੋਰਡ ਵਾਲੀ, ਵਾਕਈ ਬਿਲਕੁਲ ਠੀਕ ਆ। ਇਸ ਗੱਲ ਦੀ ਜਿਹੜੀ ਮਨਸ਼ਾ ਵਾ, ਇਸ ਗੱਲ ਦੀ ਮਨਸ਼ਾ ਸਰਕਾਰਾਂ ਦੀ ਸਹੀ ਹੋਏਗੀ ਤੇ ਸੈਂਸਰ ਬੋਰਡ ਅਸਰਦਾਰ ਹੋਏਗਾ ਜੀ। ਉਦਾਂ ਤਾਂ ਜੇ ਇਹਨੂੰ ਸਿਰਫ ਤੇ ਸਿਰਫ ਵਪਾਰ ਦੇ ਤੌਰ ਤੇ ਦੇਖਿਆ ਜਾਵੇ, ਵਪਾਰ ਕਰਨ ਫਿਲਮਾਂ ਵਾਲੇ, ਸਾਨੂੰ ਕੋਈ ਇਤਰਾਜ਼ ਨਹੀਂ। ਸਰਕਾਰ ਵੇਖੇ, ਟੈਕਸ ਵਾਲੇ ਵੇਖਣ, ਜਿਹੜਾ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਆ ਉਹ ਵੇਖੇ। ਜਿੱਥੇ ਧਰਮ ਦੀ ਗੱਲ ਆਉਂਦੀ ਹੈ, ਮੈਂ ਅੱਜ ਇਕੱਲੇ ਸਿੱਖ ਧਰਮ ਦੀ ਗੱਲ ਨਹੀਂ ਕਰਦਾ, ਸਾਰੇ ਧਰਮਾਂ ਦੇ ਨਾਲ ਇਸ ਤਰ੍ਹਾਂ ਦਾ ਜੇ ਕਿਸੇ ਦਾ ਵੀ ਖਿਲਵਾੜ ਹੁੰਦਾ ਤੇ ਬੜਾ ਵੱਡਾ ਅਫਸੋਸ ਹੈ। ਇਹ ਲੋਕ ਜਿਹੜੇ ਨੇ ਇਹ ਬਹੁਤ ਮਾੜੇ ਲੋਕ ਨੇ। ਮੈਂ ਸਮਝਦਾ ਕਿ ਸਮਾਜ ਦੇ ਲਈ ਮਾੜੇ ਲੋਕ ਨੇ ਜਿਹੜੇ ਕਿਸੇ ਵੀ ਧਰਮ ਦਾ ਖਿਲਵਾੜ ਕਰਕੇ ਉਹਦਾ ਨਜਾਇਜ਼ ਫਾਇਦਾ ਚੁੱਕੇ। ਤੇ ਹੁਣ ਜਿਹੜੇ ਜਿਵੇਂ ਡਾਇਰੈਕਟਰ ਸਾਹਿਬ ਇੱਥੇ ਬਹੁਤ ਵੱਡਾ ਝੂਠ ਬੋਲ ਕੇ ਗਏ ਨੇ ਤੇ ਆਪਣੇ ਆਪ ਦੇ ਵਿੱਚ ਉਹਨਾਂ ਨੇ ਇਹ ਵੀ ਨਹੀਂ ਕਿਹਾ, ਸਿਰਫ ਇਹੀ ਕਿਹਾ ਕਿ ਜੇ ਗਲਤਫਹਿਮੀ ਹੋ ਗਈ ਆ ਕਈ ਲੋਕਾਂ ਨੂੰ, ਤੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਇਹ ਵੀ ਸ਼ਰਮਿੰਦਾ ਨਹੀਂ ਹੈਗੇ ਕਿ ਅਸੀਂ ਏਡੀ ਵੱਡੀ ਗਲਤ ਕੀਤੀ ਆ। ਤੇ ਇਸ ਗੱਲ ਦਾ ਮੈਂ ਦੱਸ ਦਿਆਂ ਇਹਨਾਂ ਨੂੰ, ਭਾਵੇਂ ਕਿ ਇਸ ਗੱਲ ਦਾ ਜਿਹੜਾ ਅਸਰ ਕੋਈ ਗਲਤ ਨਾ ਲੈ ਲਵੇ, ਸਿੱਖਾਂ ਦੇ ਨਾਲ ਮਜ਼ਾਕ ਕਰਨਾ ਬਹੁਤ ਮਹਿੰਗਾ ਪੈਂਦਾ। ਇਹ ਅਖੀਰ ਤੇ ਆ ਕੇ ਉਹਨੂੰ ਸਿਰ ਚੁਕਾ ਕੇ ਆਉਣਾ ਪੈਂਦਾ। ਜੇ ਇਹ ਕਵੇ ਵੀ ਦੋ ਸ਼ਬਦ ਦੀ ਮਾਫੀ ਆ ਜਿਹੜੀ, ਜੇ ਸਿੱਖ ਇਸ ਗੱਲ ਲਈ ਮਾਫੀ ਵਾਲੀ ਗੱਲ ਦੱਸ ਦਿਓ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜੇਕਰ ਡਾਇਰੈਕਟਰ ਆ ਜਾਂਦਾ ਤਾਂ ਫਿਰ ਕਾਫੀ ਹੋਏਗਾ। ਮੈਂ ਇਸ ਗੱਲ ਨੂੰ ਆਪ ਮੈਂ ਨਹੀਂ ਕਰ ਸਕਦਾ, ਮੈਂ ਇਹਦਾ ਫੈਸਲਾ ਨਹੀਂ ਕਰ ਸਕਦਾ, ਪਰ ਮੈਂ ਗੱਲ ਕਰਦਾ ਕਿ ਸਿੱਖ ਸਮੁਦਾਇ ਦੇ ਵਿੱਚ ਜੇ ਰੋਸ ਆ ਗਿਆ ਨਾ ਜੀ ਤਾਂ ਫਿਰ ਬਹੁਤ ਖਤਰਾ ਵੀ ਪੈਦਾ ਹੋ ਸਕਦਾ। ਸੋ ਇਸ ਕਰਕੇ ਜਿਹੜੀ ਜਿਵੇਂ ਬੁੱਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਇਹ ਜਿਹੜਾ ਅਧਿਕਾਰ ਖੇਤਰ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਹੀ ਆ। ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਹੁਕਮ ਲਾਏਗਾ, ਜਿਵੇਂ ਦਾਦੂਵਾਲ ਸਾਹਿਬ ਨੇ ਕਿਹਾ ਇਹਨਾਂ ਦੇ 295 ਵਗੈਰਾ ਜਾਂ ਜੋ ਵੀ ਲੱਗ ਸਕਦਾ। ਜਿਹੜੀ ਕਮੇਟੀ ਆ, ਜਿਹੜੀ ਕਮੇਟੀ ਨੂੰ ਪਤਾ ਹੀ ਨਹੀਂ ਕਿ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ, ਉਹ ਸਿਰਫ ਆਪਣੀ ਪ੍ਰਧਾਨਗੀ ਦੀ ਕਰਕੇ ਟੌਰ ਮਾਰਦੇ ਫਿਰਦੇ ਆ। ਖਿਲਾਫ ਤਾਂ ਡਟ ਕੇ ਕਾਰਵਾਈ ਕਰਨ ਵਾਸਤੇ ਮੈਂ ਇੱਕ ਸਿੱਖ ਹੋਣ ਦੇ ਨਾਤੇ, ਮੈਂ ਸ਼੍ਰੋਮਣੀ ਕਮੇਟੀ ਦਾ ਜਨਰਲ ਸੈਕਟਰੀ ਨਹੀਂ, ਮੈਂ ਸਿੱਖ ਹੋਣ ਦੇ ਨਾਤੇ ਇਸ ਗੱਲ ਦੇ ਖਿਲਾਫ ਜਾਵਾਂਗਾ ਕਿ ਸਿੰਘ ਸਾਹਿਬ ਇਸ ਗੱਲ ਦੀ ਇੱਕ ਇਤਿਹਾਸਕ ਫੈਸਲਾ ਕਰਨ ਤਾਂ ਕਿ ਜਿਹੜੀਆਂ ਗੁਰਦੁਆਰਾ ਕਮੇਟੀਆਂ ਵਾ। ਦਾਦੂਵਾਲ ਠੀਕ ਹੈ, ਦਾਦੂਵਾਲ ਜੀ ਬਹੁਤ ਛੋਟਾ ਜਿਹਾ ਇੱਕ ਕਮੈਂਟ ਤੁਹਾਡਾ ਫਾਈਨਲ ਚਾਹੂੰਗਾ ਕਿ ਮਾਫੀ ਵਾਲੀ, ਕਿਉਂਕਿ ਘੁੰਮ ਫਿਰ ਕੇ ਗੱਲ ਉੱਥੇ ਆ ਰਹੀ ਹੈ, ਅਸੀਂ ਉਮੀਦ ਕਰਦੇ ਹਾਂ ਕਿ ਅਨਿਲ ਸ਼ਰਮਾ ਜਿਹੜੇ ਡਾਇਰੈਕਟਰ ਨੇ ਸ਼ਾਇਦ ਇਸ ਸਮੇਂ ਸੁਣ ਪਾ ਰਹੇ ਹੋਣਗੇ ਇਸ ਚਰਚਾ ਨੂੰ। ਦਾਦੂਵਾਲ ਜੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਪਹੁੰਚਣਾ ਹੋਏਗਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਨਤਮਸਤਕ ਹੋ ਕੇ ਮਾਫੀ ਮੰਗਣੀ ਹੋਏਗੀ ਤਾਂ ਸ਼ਾਇਦ ਮਾਫੀ ਮਿਲ ਜਾਵੇ? ਗੌਰਵ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਕਿਉਂਕਿ ਤੁਹਾਡੇ ਇਸ ਚੈਨਲ ਨੂੰ ਲੱਖਾਂ ਲੋਕ ਇਸ ਵੇਲੇ ਸੁਣ ਰਹੇ ਆ ਜੀ, ਤਾਂ ਸਾਡੇ ਸਿੱਖ ਵੀਰ ਬੜੇ ਸਿਆਣੇ ਆ, ਬੁੱਟਰ ਜੀ, ਉਹਨਾਂ ਨੇ ਇੱਕ ਸ਼ਬਦ ਵਰਤਿਆ ਕਿ SGPC ਇਜਾਜ਼ਤ ਨਹੀਂ ਦਿੰਦੀ ਤੇ ਛੋਟਾ ਮੋਟਾ ਗੁਰਦੁਆਰਾ ਨਿਰਮਾਤਾ ਲੱਭ ਲੈਂਦੇ ਆ। ਗੁਰਦੁਆਰਾ ਕੋਈ ਛੋਟਾ ਮੋਟਾ ਨਹੀਂ ਹੁੰਦਾ, ਇਸ ਅਧਿਕਾਰ 'ਚ ਕਮੀ ਆਉਂਦੀ ਆ। ਇਲਾਕੇ ਦਾ ਗੁਰਦੁਆਰਾ ਹੋ ਸਕਦਾ, ਕਿਸੇ ਪਿੰਡ ਦਾ ਗੁਰਦੁਆਰਾ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਉਹੀ ਪ੍ਰਕਾਸ਼ ਨੇ, ਉੱਥੇ ਸੰਗਤਾਂ ਦੀ ਆਵਾਜਾਈ ਘੱਟ ਹੋ ਸਕਦੀ, ਪ੍ਰਬੰਧ ਛੋਟਾ ਹੋ ਸਕਦਾ, ਪਰ ਗੁਰਦੁਆਰਾ ਗੁਰਦੁਆਰਾ ਹੈ ਨਾ। ਕੋਈ ਛੋਟਾ ਮੋਟਾ ਆਪਾਂ ਸ਼ਬਦ ਜਿਹੜੀ ਹੈ ਇਹ ਸ਼ਾਇਦ ਨਹੀਂ ਵਰਤਣਾ ਚਾਹੀਦਾ। ਦੂਜਾ ਇਹਦਾ ਹੱਲ ਇੱਕੋ ਹੀ ਆ, ਸਿੱਖ ਸੈਂਸਰ ਬੋਰਡ, ਸਿੱਖ ਸੈਂਸਰ ਬੋਰਡ ਇਹਦਾ ਬਣਨਾ ਚਾਹੀਦਾ। ਕੋਈ ਵੱਡੀ ਗੱਲ ਨਹੀਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਜੇ, ਆਦੇਸ਼ ਜਾਰੀ ਹੋ ਜੇ, ਸਿੱਖ ਸੈਂਸਰ ਬੋਰਡ 2 ਬੰਦਿਆਂ ਦਾ ਬਣਾ ਦਿਓ, ਵਿਦਵਾਨਾਂ ਦਾ ਜਾਂ 5 ਦਾ ਬਣਾ ਦਿਓ। ਤੇ ਰਹੀ ਗੱਲ ਮਾਫੀ ਦੀ, ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਆ, ਉਹ ਹੁਕਮ ਜਾਰੀ ਕਰ ਦੇਣ, ਆਦੇਸ਼ ਜਾਰੀ ਕਰ ਦੇਣ, ਚਾਹੇ ਉਹ SGPC ਨੂੰ ਕਰ ਦੇਣ ਚਾਹੇ ਖੁਦ, ਕਿਉਂਕਿ ਦਾਇਰਾ ਜਦੋਂ ਸਾਡਾ ਜੋ ਕੌਮੀ ਸਥਾਨ ਆ, ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਦਾਇਰਾ, ਨਾ ਇਹ ਹਰਿਆਣਾ ਕਮੇਟੀ ਦਾ ਨਾ ਦਿੱਲੀ ਕਮੇਟੀ ਦਾ, ਤੇ ਨਿਰਮਾਤਾ ਨੂੰ ਵੀ ਤੇ ਪ੍ਰਬੰਧਕਾਂ ਨੂੰ ਵੀ। ਮੈਂ ਸਮਝਦਾ ਇਹਦੇ ਚ ਜਿਹੜੀ ਹੈਗੀ ਆ ਨਾ ਉਹ ਸਜ਼ਾ ਜ਼ਰੂਰ, ਸਜ਼ਾ ਉੱਥੇ ਕਿਹੜਾ ਅਕਾਲ ਤਖਤ ਸਾਹਿਬ ਨੇ ਫਾਂਸੀ ਲਾਉਣੀ ਹੈ, ਕੋਈ ਫਾਹੇ ਥੋੜੀ ਲਾਉਣਾ ਹੈ, ਕੋਈ ਇਸ ਤਰ੍ਹਾਂ ਦੀ ਥੋੜੀ ਜਿਹੀ ਸਜ਼ਾ ਹੋਵੇ ਜਿਹਦੇ ਨਾਲ ਆਉਣ ਵਾਲੀ ਜਿਹੜੀਆਂ ਫਿਲਮਾਂ ਨੇ ਉਹਨਾਂ ਨੂੰ ਇਸ ਗੱਲ ਦਾ ਚਾਨਣਾ ਹੋ ਜਾਵੇ, ਚਾਨਣਾ ਹੋ ਜਾਵੇ। ਬਿਲਕੁਲ। ਬੁੱਟਰ ਜੀ ਇੱਕ ਫਾਈਨਲ ਕਮੈਂਟ ਤੁਹਾਡਾ ਜੀ। ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ, ਸਜ਼ਾ ਜਾਂ ਮਾਫੀ ਨਾਲੋਂ ਇੱਥੇ ਵੱਡਾ ਮਸਲਾ ਹੈਗਾ ਹੱਲ ਦਾ। ਹੱਲ ਕੱਢਣ ਲਈ 2 ਰਾਹ ਨੇ ਸਾਡੇ ਕੋਲ। ਹੱਲ ਤਾਂ ਫਿਰ ਵੀ ਨਹੀਂ ਕਿ ਸਖਤੀ ਇੰਨੀ ਕਰ ਦੋ, ਹੱਲ ਕੱਢਣ ਲਈ 2 ਰਾਹ ਨੇ ਸਾਡੇ ਕੋਲ।
ਗਰੇਵਾਲ ਸਾਹਿਬ ਜੁੜੇ ਨੇ, ਇੱਕ ਵੱਡੇ ਅਹੁਦੇ ਤੇ ਨੇ, ਇਹਨਾਂ ਦੇ ਅੱਗੇ ਵੀ ਬੇਨਤੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣਾ ਸੈਂਸਰ ਬੋਰਡ ਵੀ ਬਣਾਵੇ ਔਰ ਇਸ ਦੇ ਨਾਲ ਕੇਂਦਰ ਸਰਕਾਰ ਨਾਲ ਵੀ ਰਾਬਤਾ ਕਰਕੇ ਸੈਂਸਰ ਬੋਰਡ ਦੇ ਵਿੱਚ ਇੱਕ ਸਿੱਖ ਨੁਮਾਇੰਦਾ ਜਿਹੜਾ ਉਹ ਸ਼ਾਮਲ ਕਰਾਉਣ ਦੇ ਲਈ ਯਤਨ ਕਰੇ ਤਾਂ ਜੋ ਭਵਿੱਖ ਦੇ ਵਿੱਚ ਇਸ ਰਾਹ ਨੂੰ ਰੋਕਿਆ ਜਾਵੇ। ਇੱਥੇ ਮਸਲਾ ਕਿਸੇ ਨੂੰ ਨੀਵਾਂ ਦਿਖਾਉਣ ਦਾ ਨਹੀਂ ਹੈ, ਮਾਫੀ ਮੰਗਾਉਣੀ ਜਾਂ ਸਜ਼ਾ ਦੇਣੀ। ਮਸਲਾ ਇਹ ਆ ਕਿ ਜਿਵੇਂ ਆਪਣੇ ਦਾਦੂਵਾਲ ਸਾਹਿਬ ਨੇ ਵੀ ਕਿਹਾ ਤੇ ਗਰੇਵਾਲ ਸਾਹਿਬ ਨੇ ਵੀ ਕਿਹਾ ਵੀ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਆ। ਇਹ ਪਹੇ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਹਦੇ ਲਈ ਦੋ ਹੀ ਰਾਹ ਹੈ, ਇੱਕ ਸਿੱਖ ਸੈਂਸਰ ਬੋਰਡ ਬਣੇ ਔਰ ਇੱਕ ਜਿਹੜਾ ਵਾ ਕੇਂਦਰ ਸੀ ਸੈਂਸਰ ਬੋਰਡ ਆ ਉਹਦੇ ਵਿੱਚ ਸਿੱਖ ਨੁਮਾਇੰਦਾ ਹੋਵੇ ਤਾਂ ਜੋ ਸਿੱਖਾਂ ਨਾਲ ਸੰਬੰਧਿਤ, ਸਿੱਖ ਧਰਮ ਨਾਲ ਸੰਬੰਧਿਤ, ਸਿੱਖ ਸੱਭਿਆਚਾਰ ਨਾਲ ਸੰਬੰਧਿਤ ਕੋਈ ਵੀ ਫੀਚਰ ਫਿਲਮ ਜਾਂ ਕੋਈ ਡਾਕੂਮੈਂਟਰੀ ਫਿਲਮ ਬਣਦੀ ਤਾਂ ਉਹ ਪਹਿਲਾਂ ਇਹਨਾਂ ਤੋਂ ਅਪਰੂਵ ਕਰਾ ਕੇ ਫਿਰ ਹੀ ਅੱਗੇ ਵਧੇ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬੁੱਟਰ ਜੀ ਤੁਹਾਡਾ ਵੀ, ਦਾਦੂਵਾਲ ਸਾਹਿਬ ਤੁਹਾਡਾ ਵੀ, ਤੇ ਸਾਡੇ ਨਾਲ ਜੁੜੇ ਹੋਏ ਸਨ ਗੁਰਚਰਨ ਗਰੇਵਾਲ ਜੀ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਖੈਰ ਇਹ ਪੂਰੀ ਚਰਚਾ ਬੜੀ ਫਰੂਟਫੁਲ ਚਰਚਾ ਹੋਈ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਰੌਲਾ ਹੀ ਹੋਵੇ ਚਰਚਾ ਦੇ ਵਿੱਚ, ਡਿਬੇਟਸ ਦੇ ਵਿੱਚ। ਇਸ ਪੂਰੀ ਚਰਚਾ ਦੇ ਦੌਰਾਨ ਬਹੁਤ ਸਾਰੇ ਪੁਆਇੰਟਸ ਨਿਕਲ ਕੇ ਸਾਹਮਣੇ ਆਏ ਨੇ। ਪੁਆਇੰਟ ਇਹੀ ਹੈ ਕਿ ਜਿਹੜੇ ਫਿਲਮ ਬਣਾਉਣ ਦੀ ਸੋਚਦੇ ਨੇ ਜਿਸ ਦੇ ਵਿੱਚ ਸਿੱਖ ਭਾਈਚਾਰੇ ਜਾਂ ਪੰਜਾਬ ਜਾਂ ਪੰਜਾਬੀਅਤ ਨੂੰ ਦਿਖਾਉਣ ਦਾ ਉਹਨਾਂ ਦੇ ਜ਼ਿਹਨ ਦੇ ਵਿੱਚ ਹੁੰਦਾ, ਸਕ੍ਰਿਪਟ ਦੇ ਵਿੱਚ ਹੁੰਦਾ ਹੈ, ਤਾਂ ਫਿਰ ਉਹ ਪਹਿਲਾਂ ਆਉਣ SGPC ਨਾਲ ਗੱਲ ਕਰਨ ਕਿ ਹਾਂ ਅਸੀਂ ਚਾਹੁੰਦੇ ਹਾਂ ਇਸ ਤਰੀਕੇ ਨਾਲ ਸ਼ੂਟ ਕਰਨਾ। ਪਰ ਦੂਜੇ ਪਾਸੇ ਕਿ ਸਿਰਫ ਮੁਆਫੀ ਦੀ ਵਾਲੀ ਗੱਲ ਕਾਫੀ ਹੈ, ਸ਼ਾਇਦ ਨਹੀਂ ਲੱਗ ਰਿਹਾ। ਇਸ ਪੂਰੀ ਚਰਚਾ ਤੋਂ ਬਾਅਦ ਲੱਗ ਰਿਹਾ ਹੈ ਕਿ ਇੱਕ ਬਹੁਤ ਸਿੰਪਲ ਫਾਰਮੂਲਾ ਲੋਕਾਂ ਨੂੰ ਲੱਗ ਰਿਹਾ ਕਿ ਠੀਕ ਹੈ ਇੱਕ ਕੰਟਰੋਵਰਸੀ ਕ੍ਰੀਏਟ ਕਰ ਦਿਓ ਧਰਮ ਨੂੰ ਲੈ ਕੇ, ਫਿਰ ਉਸ ਤੋਂ ਬਾਅਦ ਜਾ ਕੇ ਮਾਫੀ ਮੰਗ ਲਓ। तो अनिल शर्मा जो डायरेक्टर ने, अगर वो भी इस समय हमें सुन रहे हैं तो उनको भी ये चीज समझनी होगी कि आपको अकाल तख्त तक पहुंच तो करनी होगी, वहां तक माफी लेकर जाइए अपनी, या फिर वहां नतमस्तक होने के लिए जाइए, तो शायद वहां पर जाकर आपको माफी जरूर मिल जाए। पर देखना होगा अकाल तख्त साहब के जथेदार दे वल्लों इस पूरे मुद्दे उत्ते की कुछ कहा जाता है या की ताकीद की जाती है।